ਇੰਜੀਨੀਅਰਿੰਗ ਗਣਿਤ ਦੇ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ ਅਤੇ ਇਹ ਲੈਕਚਰ ਨੰਬਰ 10 ਹੈ ਜਿਸ ਵਿੱਚ ਅਸੀਂ ਉੱਚ ਕ੍ਰਮ ਦੇ ਪਾਰਸ਼ਲ ਡੈਰੀਵੇਟਿਵਜ਼ ਬਾਰੇ ਗੱਲ ਕਰਾਂਗੇ। ਪਿਛਲੇ ਲੈਕਚਰ ਵਿੱਚ ਅਸੀਂ f ਦੇ ਪਾਰਸ਼ਲ ਡੈਰੀਵੇਟਿਵਜ਼ ਨੂੰ ਵੇਖਿਆ ਹੈ। ਅਸਲ ਵਿੱਚ ਪਹਿਲਾ ਕ੍ਰਮ ਪਾਰਸ਼ਲ ਡੈਰੀਵੇਟਿਵ ਜੋ ਅਸੀਂ ਪਿਛਲੇ ਲੈਕਚਰ ਵਿੱਚ ਕੀਤਾ ਹੈ, ਇਸ ਲਈ ਇਹ x ਦੇ ਸੰਬੰਧ ਵਿੱਚ x0 y0 ਤੇ ਪਾਰਸ਼ਲ ਡੈਰੀਵੇਟਿਵ ਦੀ ਬੁਨਿਆਦੀ ਪਰਿਭਾਸ਼ਾ ਸੀ। x0 ਵਿੱਚ ਵਾਧਾ ਕਿਉਂਕਿ ਅਸੀਂ ਲੈ ਰਹੇ ਹਾਂ ਜਾਂ ਅਸੀਂ x ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ ਬਾਰੇ ਗੱਲ ਕਰ ਰਹੇ ਹਾਂ ਅਤੇ ਫੰਕਸ਼ਨ ਦੇ ਮੁੱਲ ਨੂੰ ਡੈਲਟਾ x ਇਨਕਰੀਮੈਂਟ ਨਾਲ ਵੰਡਿਆ ਗਿਆ ਹੈ ਅਤੇ ਇਸ ਲਿਮਿਟ ਨੂੰ ਲੈਣਾ ਹੈ ਜੇਕਰ ਇਹ ਮੌਜੂਦ ਹੈ। ਫਿਰ ਸਾਡੇ ਕੋਲ x ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ ਪਹਿਲੇ ਕ੍ਰਮ ਦੇ ਪਾਰਸ਼ਲ ਡੈਰੀਵੇਟਿਵ ਹਨ ਅਤੇ ਇਸੇ ਤਰ੍ਹਾਂ ਸਾਡੇ ਕੋਲ y ਦੇ ਸੰਬੰਧ ਵਿੱਚ ਇਸ ਬਿੰਦੂ ਤੇ x0 y0 ਇਸ ਲਈ ਜਦੋਂ ਇਹ ਲਿਮਿਟ ਮੌਜੂਦ ਹੋਵੇ ਤਾਂ ਪਹਿਲਾ ਆਰਡਰ ਪਾਰਸ਼ਲ ਡੈਰੀਵੇਟਿਵ ਹੈ। ਹੁਣ ਅਸੀਂ ਇਸ ਨੂੰ ਉੱਚ ਕ੍ਰਮ ਡੈਰੀਵੇਟਿਵ ਲਈ ਜਾਰੀ ਰੱਖਾਂਗੇ ਤਾਂ ਕੀ ਹੋਵੇਗਾ ਜੇ ਅਸੀਂ ਉਦਾਹਰਨ ਦੇ ਲਈ x ਦੇ ਸੰਦਰਭ ਵਿੱਚ f ਦੇ ਡੈਰੀਵੇਟਿਵ ਨੂੰ 2 ਵਾਰ ਲੈਂਦੇ ਹਾਂ। ਇਸ ਸਥਿਤੀ ਵਿੱਚ ਇਹ ਨੋਟੇਸ਼ਨ ਹੈ, ਇਸ ਲਈ ਸਾਡੇ ਕੋਲ x ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ ਹੈ ਅਤੇ ਉਦਾਹਰਨ ਵਜੋਂ ਅਸੀਂ x ਦੇ ਸੰਬੰਧ ਵਿੱਚ ਦੁਬਾਰਾ ਪਾਰਸ਼ਲ ਡੈਰੀਵੇਟਿਵ ਲੈਣਾ ਚਾਹੁੰਦੇ ਹਾਂ। ਇਸ ਲਈ ਇਹ ਵਿਚਾਰ ਹੈ। ਵਿਚਾਰ ਉਹੀ ਰਹਿੰਦਾ ਹੈ ਕਿਉਂਕਿ ਸਾਡੇ ਕੋਲ x ਦੇ ਸੰਬੰਧ ਵਿੱਚ ਇਹ ਪਾਰਸ਼ਲ ਡੈਰੀਵੇਟਿਵ ਹੈ, ਇਸ ਲਈ ਇਹ ਇੱਕ ਹੋਰ ਫੰਕਸ਼ਨ ਹੈ ਅਤੇ ਫਿਰ ਅਸੀਂ ਇਸ ਫੰਕਸ਼ਨ ਦੇ x ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ ਲੈ ਰਹੇ ਹਾਂ। ਇਸ ਲਈ ਅਸਲ ਵਿੱਚ ਇਹ ਇਸ ਤਰ੍ਹਾਂ ਹੈ ਡੇਲ ਓਵਰ ਡੇਲ x ਅਤੇ ਫਿਰ ਸਾਡੇ ਕੋਲ ਕੁਝ ਹੋਰ ਫੰਕਸ਼ਨ ਹੈ ਜਿਸ ਨੂੰ ਮੈਂ f(x) ਕਹਿ ਰਿਹਾ ਹਾਂ ਜੋ ਅਸਲ ਵਿੱਚ ਇਸ ਪਾਰਸ਼ਲ ਡੈਰੀਵੇਟਿਵਜ਼ ਦਾ ਨੋਟੇਸ਼ਨ ਹੈ। ਇਸ ਲਈ ਅਸੀਂ ਹੁਣ ਕੀ ਕਰਾਂਗੇ, ਅਸੀਂ ਇਸ ਫੰਕਸ਼ਨ f(x) ਦੇ ਪਾਰਸ਼ਲ ਡੈਰੀਵੇਟਿਵਜ਼ ਲੈ ਰਹੇ ਹਾਂ ਅਤੇ ਹੁਣ ਉਹੀ ਪਰਿਭਾਸ਼ਾ ਜੋ ਅਸੀਂ ਪਹਿਲਾਂ ਹੀ ਸਿੱਖ ਚੁੱਕੇ ਹਾਂ ਕਿ ਡੈਲਟਾ x 0 ਹੋ ਜਾਂਦਾ ਹੈ, ਅਸੀਂ ਇਸ ਲਿਮਿਟ ਬਾਰੇ ਗੱਲ ਕਰਾਂਗੇ। ਇਸ ਲਈ ਸਾਡਾ ਫੰਕਸ਼ਨ ਇੱਥੇ f(x) ਅਤੇ ਉਦਾਹਰਨ ਦੇ ਲਈ ਜੇ ਅਸੀਂ x0 y0 ਤੇ ਪੁਆਇੰਟ ਲੈਂਦੇ ਹਾਂ ਤਾਂ ਇੱਥੇ x ਦੇ ਸੰਬੰਧ ਵਿੱਚ ਮਤਲਬ ਤੁਸੀਂ ਇੱਥੇ x ਵਿੱਚ ਵਾਧਾ ਕਰੋਗੇ x ਅਤੇ ਫਿਰ y ਬਾਕੀ ਨਹੀਂ ਰਹੇਗਾ ਅਤੇ ਫਿਰ ਸਾਡੇ ਕੋਲ f(x) ਤੇ x0 ਅਤੇ y0 ਨਹੀਂ ਹੋਵੇਗਾ ਅਤੇ ਇਸ ਨੂੰ ਡੈਲਟਾ x ਦੁਆਰਾ ਵੰਡਿਆ ਗਿਆ ਹੈ ਤਾਂ ਜੋ ਹੁਣ ਇੱਥੇ x ਦੇ ਸੰਬੰਧ ਵਿੱਚ ਦੂਜੇ ਕ੍ਰਮ ਦੇ ਡੈਰੀਵੇਟਿਵ ਦੀ ਪਰਿਭਾਸ਼ਾ ਹੋਵੇਗੀ। ਇਸ ਲਈ ਇੱਥੇ ਨੋਟੇਸ਼ਨ ਦੁਬਾਰਾ ਫਿਰ ਅਸੀਂ ਇਸ ਦੀ ਬਜਾਏ ਅਸੀਂ x ਦੇ ਸੰਬੰਧ ਵਿੱਚ f(x) ਦੇ 2 ਵਾਰ f ਦੇ ਡੈਰੀਵੇਟਿਵ ਦੀ ਵਰਤੋਂ ਕਰਦੇ ਹਾਂ ਜਾਂ ਅਸੀਂ ਇਸ ਨੋਟੇਸ਼ਨ ਡੇਲ 2f ਬਟਾ ਡੇਲ x ਸਕੁਏਅਰ ਦੇ ਨਾਲ ਵੀ ਵਰਤਦੇ ਹਾਂ। ਇਸ ਲਈ ਦੁਬਾਰਾ x ਦੇ ਸੰਬੰਧ ਵਿੱਚ ਦੂਜਾ ਕ੍ਰਮ ਡੈਰੀਵੇਟਿਵ ਦਾ ਅੰਸ਼ਕ ਜਾਂ f ਦੇ ਨਾਲ ਡੈਰੀਵੇਟਿਵ। ਇਸੇ ਤਰ੍ਹਾਂ ਸਾਡੇ ਕੋਲ ਨੋਟੇਸ਼ਨ ਹੈ ਜਦੋਂ ਅਸੀਂ x ਦਾ ਪਾਰਸ਼ਲ ਡੈਰੀਵੇਟਿਵ ਲੈਂਦੇ ਹਾਂ ਅਤੇ ਫਿਰ ਅਸੀਂ y ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ ਲੈ ਰਹੇ ਹਾਂ। ਇਸ ਸਥਿਤੀ ਵਿੱਚ ਅਸੀਂ ਇਸ ਨੋਟੇਸ਼ਨ ਦੀ ਵਰਤੋਂ ਕਰਦੇ ਹਾਂ f(y)x ਜਾਂ ਡੈਲ 2f ਬਟਾ y ਡੈਲ x। ਕੁਝ ਸਾਹਿਤ ਵਿੱਚ ਲੋਕ ਇਸ ਨੂੰ f(x)y ਜਾਂ ਕਿਸੇ ਹੋਰ ਤਰੀਕੇ ਨਾਲ ਡੈਲ x ਡੈਲ y ਦੇ ਦੁਆਲੇ ਵਰਤਦੇ ਹਨ। ਇਸ ਲਈ x ਦੇ ਸੰਦਰਭ ਵਿੱਚ ਇਸ ਨੋਟੇਸ਼ਨ ਦੀ ਪਾਰਸ਼ਲ ਡੈਰੀਵੇਟਿਵ ਦੀ ਪਾਲਣਾ ਕੀਤੀ ਜਾਵੇਗੀ ਅਤੇ ਫਿਰ ਅਸੀਂ y ਦੇ ਸੰਬੰਧ ਵਿੱਚ ਇੱਕ ਵਾਰ ਫਿਰ ਪਾਰਸ਼ਲ ਡੈਰੀਵੇਟਿਵ ਲੈ ਲਵਾਂਗੇ। ਇਸ ਲਈ ਅਸੀਂ ਇਸ ਕ੍ਰਮ ਨੂੰ ਬਣਾਈ ਰੱਖਾਂਗੇ ਇੱਥੇ y(x) ਅਤੇ f(y)x ਅਤੇ ਡੈਲ 2f ਡੈਲ y ਡੈਲ x। ਇਸ ਦਾ ਮਤਲਬ ਹੈ ਕਿ x ਅਤੇ ਫਿਰ y ਦੇ ਸੰਬੰਧ ਵਿੱਚ ਪਹਿਲੇ 3 ਪਾਰਸ਼ਲ ਡੈਰੀਵੇਟਿਵ। ਇਸ ਲਈ y ਦੇ ਸੰਬੰਧ ਵਿੱਚ 2 ਵਾਰ ਅੰਸ਼ਕ ਡੈਰੀਵੇਟਿਵ ਲਈ ਸਮਾਨ ਸੰਕੇਤ ਜਿਸ ਨੂੰ ਅਸੀਂ ਇੱਥੇ x ਦੇ ਸੰਬੰਧ ਵਿੱਚ f(y) ਜਾਂ ਡੇਲ 2f ਬਟਾ ਡੇਲ y2 ਦੇ ਨਾਲ ਦਰਸਾਵਾਂਗੇ ਜਾਂ ਅਸੀਂ y ਦੇ ਸੰਬੰਧ ਵਿੱਚ ਪਹਿਲਾਂ ਪਾਰਸ਼ਲ ਡੈਰੀਵੇਟਿਵ ਨੂੰ ਰੱਖ ਸਕਦੇ ਹਾਂ ਅਤੇ ਫਿਰ ਅਸੀਂ x ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ ਲੈ ਸਕਦੇ ਹਾਂ। ਇਸ ਲਈ ਇਹ ਅਸੀਂ f(x)y ਜਾਂ ਡੈਲ 2f ਡੈਲ x ਡੈਲ y ਦੇ ਰੂਪ ਵਿੱਚ ਦਰਸਾਵਾਂਗੇ। ਇਸ ਲਈ ਇਹ ਸਿਰਫ ਨੋਟੇਸ਼ਨ ਹੈ ਅਤੇ ਇਹਨਾਂ ਡੈਰੀਵੇਟਿਵਜ਼ ਨੂੰ ਇੱਥੇ f(x)y ਜਾਂ f(y)x ਨੂੰ ਮਿਸ਼ਰਤ ਡੈਰੀਵੇਟਿਵਜ਼ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਅਸੀਂ 2 ਵੇਰੀਏਬਲ x ਅਤੇ ਫਿਰ y ਦੇ ਸੰਬੰਧ ਵਿੱਚ ਜਾਂ ਪਹਿਲਾਂ y ਦੇ ਸੰਬੰਧ ਵਿੱਚ ਫਿਰ x ਦੇ ਸੰਬੰਧ ਵਿੱਚ ਵਰਤੋਂ ਕੀਤੀ ਹੈ। ਇਸ ਲਈ ਇਹਨਾਂ ਨੂੰ ਮਿਸ਼ਰਤ ਡੈਰੀਵੇਟਿਵਜ਼ ਕਿਹਾ ਜਾਂਦਾ ਹੈ। ਆਓ ਇਸ ਫੰਕਸ਼ਨ ਦੇ ਮੁੱਲ ਤੇ ਇਸ ਮਿਸ਼ਰਤ ਡੈਰੀਵੇਟਿਵ ਡੇਲ 2f ਓਵਰ ਡੇਲ x ਡੈਲ y ਅਤੇ ਡੇਲ 2f ਬਟਾ ਡੇਲ y ਡੈਲ x ਦੀ ਸਿੱਧੀ ਗਣਨਾ ਕਰੀਏ। ਜਿਵੇਂ ਕਿ ਅਸੀਂ ਡੈਲ 2f ਓਵਰ ਡੈਲ x ਡੈਲ y ਦੀ ਚਰਚਾ ਕੀਤੀ ਹੈ, ਜਿਸ ਦਾ ਮਤਲਬ ਹੈ ਕਿ y ਦੇ ਸੰਬੰਧ ਵਿੱਚ x ਦੇ ਪਾਰਸ਼ਲ ਡੈਰੀਵੇਟਿਵ ਦੇ ਪਾਰਸ਼ਲ ਡੈਰੀਵੇਟਿਵ। ਸੰਖੇਪ ਰੂਪ ਵਿੱਚ ਅਸੀਂ ਇਸ ਨੂੰ f(y) ਵਾਂਗ ਦਰਸਾ ਸਕਦੇ ਹਾਂ। ਇਸ ਲਈ ਸਾਡੇ ਕੋਲ ਪਾਰਸ਼ਲ ਡੈਰੀਵੇਟਿਵ f(y) ਹੈ ਅਤੇ x
ਦੇ ਸੰਬੰਧ ਵਿੱਚ ਇਸ ਲਈ ਅਸੀਂ ਚਾਹੁੰਦੇ ਹਾਂ x ਦੇ ਸੰਬੰਧ ਵਿੱਚ ਇਸ fy ਦਾ ਪਾਰਸ਼ਲ ਡੈਰੀਵੇਟਿਵ ਪ੍ਰਾਪਤ ਕਰੋ। ਇਸ ਲਈ ਨੋਟ ਕਰੋ ਕਿ ਇਹ fy ਵੀ x ਅਤੇ y ਦਾ ਇੱਕ ਫੰਕਸ਼ਨ ਹੈ, ਸੋ ਅਸੀਂ ਪਰਿਭਾਸ਼ਾ ਅਨੁਸਾਰ x ਦੇ ਸੰਬੰਧ ਵਿੱਚ ਇਸ ਪਾਰਸ਼ਲ ਡੈਰੀਵੇਟਿਵ ਬਾਰੇ ਗੱਲ ਕਰ ਸਕਦੇ ਹਾਂ। x ਦੇ ਸੰਬੰਧ ਵਿੱਚ ਦੁਬਾਰਾ ਫਿਰ x ਦੇ ਸੰਬੰਧ ਵਿੱਚ ਇੱਕ ਪਾਰਸ਼ਲ ਡੈਰੀਵੇਟਿਵ, ਇਸ ਲਈ ਅਸੀਂ ਲਿਮਿਟ ਲੈ ਲਵਾਂਗੇ ਡੈਲਟਾ x0 fy ਫੰਕਸ਼ਨ ਅਤੇ ਅਸੀਂ ਮੂਲ ਰੂਪ ਵਿੱਚ ਡੈਰੀਵੇਟਿਵ ਬਾਰੇ ਗੱਲ ਕਰ ਰਹੇ ਹਾਂ। ਇਸ ਲਈ 0 ਤੁਹਾਡੇ ਕੋਲ 0 ਪਲਸ ਡੈਲਟਾ x ਹੈ ਜੋ ਡੈਲਟਾ x 0 ਮਾਈਨਸ fy ਅਤੇ 0 ਤੇ ਹੈ। ਇਸ ਲਈ ਹੁਣ ਫੰਕਸ਼ਨ ਜੋ ਅਸੀਂ fy ਦੀ ਵਰਤੋਂ ਕਰਦੇ ਹਾਂ, ਇਸ ਲਈ fy ਡੈਲਟਾ x0 fy 0 ਜਾਂ ਡੈਲਟਾ x ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵਸ ਦੀ ਉਹੀ ਪਰਿਭਾਸ਼ਾ। ਇਸ ਲਈ f ਦੀ ਬਜਾਏ ਅਸੀਂ ਇੱਥੇ fy ਦੀ ਵਰਤੋਂ ਕੀਤੀ ਹੈ ਕਿਉਂਕਿ ਅਸੀਂ ਫੰਕਸ਼ਨ fy x ਦੇ ਸੰਬੰਧ ਵਿੱਚ ਡੈਰੀਵੇਟਿਵ ਲੈ ਰਹੇ ਹਾਂ। ਇਸ ਲਈ ਹੁਣ ਇਸ ਮਾਮਲੇ ਵਿੱਚ ਸਾਨੂੰ ਇਹ ਜਾਣਨਾ ਪਵੇਗਾ ਕਿ fy ਡੈਲਟਾ x0 ਕੀ ਹੈ, ਤਾਂ ਸਿਰਫ ਅਸੀਂ ਉਸ fy ਡੈਲਟਾ x0 ਦੀ ਵਰਤੋਂ ਕਰ ਸਕਦੇ ਹਾਂ ਅਤੇ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ 0 ਤੇ fy ਕੀ ਹੈ। ਫਿਰ ਅਸੀਂ ਉਸ ਮੁੱਲ ਨੂੰ ਇੱਥੇ ਵਰਤ ਸਕਦੇ ਹਾਂ ਅਤੇ ਇਸ ਮਿਸ਼ਰਤ ਕ੍ਰਮ ਨੂੰ ਪਾਰਸ਼ਲ ਡੈਰੀਵੇਟਿਵ ਦੀ ਗਣਨਾ ਕਰ ਸਕਦੇ ਹਾਂ। ਆਓ ਅਸੀਂ ਗਣਨਾ ਕਰੀਏ ਕਿ ਕੀ ਹੋਵੇਗਾ ਜੇ fy ਡੈਲਟਾ x0 ਹੋਵੇ। ਤਾਂ fy ਡੈਲਟਾ x0 ਹੁਣ ਇੱਥੇ ਇਹ y ਦੇ ਸੰਬੰਧ ਵਿੱਚ ਇੱਕ ਪਾਰਸ਼ਲ ਡੈਰੀਵੇਟਿਵ ਹੈ, ਇਸ ਲਈ ਸਾਨੂੰ ਹੁਣ ਪਰਿਭਾਸ਼ਾ ਦੀ ਵਰਤੋਂ ਕਰਨੀ ਪਏਗੀ ਕਿ ਡੈਲਟਾ y0 ਅਤੇ ਫੰਕਸ਼ਨ f ਵਿੱਚ ਜਾਂਦਾ ਹੈ। ਇਸ ਲਈ ਹੁਣ ਅਸੀਂ ਫੰਕਸ਼ਨ f ਦੀ ਵਰਤੋਂ ਕਰ ਰਹੇ ਹਾਂ, ਪਰ y ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ ਨੂੰ ਵਧਾਉਣ ਲਈ y ਆਰਗੂਮੈਂਟ ਵਿੱਚ ਰੱਖਣਾ ਪਵੇਗਾ। ਇਸ ਲਈ f ਡੈਲਟਾ x0 ਡੈਲਟਾ x ਇਸੇ ਤਰ੍ਹਾਂ ਰਹੇਗਾ ਕਿਉਂਕਿ ਅਸੀਂ ਛੂਹ ਨਹੀਂ ਰਹੇ ਹਾਂ ਡੈਲਟਾ x, ਅਸੀਂ y ਦੇ ਸੰਬੰਧ ਵਿੱਚ ਡੈਰੀਵੇਟਿਵ ਲੈ ਰਹੇ ਹਾਂ, ਇਸ ਲਈ ਇਹ ਡੈਲਟਾ x ਰਹੇਗਾ ਅਤੇ ਇੱਥੇ 0 ਪਲਸ ਡੈਲਟਾ y ਹੈ ਜੋ ਮੈਂ ਸਿਰਫ ਡੈਲਟਾ y ਅਤੇ ਮਾਈਨਸ f ਨੂੰ ਡੈਲਟਾ x0 ਤੇ ਫੰਕਸ਼ਨ ਵੈਲਿਊ ਲਿਖ ਰਿਹਾ ਹਾਂ। ਇਸ ਲਈ ਡੈਲਟਾ x ਅਤੇ 0 ਅਤੇ ਭਾਗ ਕੀਤਾ ਗਿਆ ਫਿਰ ਡੈਲਟਾ y ਕਿਉਂਕਿ ਅਸੀਂ ਡੈਲਟਾ y ਦੇ ਸੰਬੰਧ ਵਿੱਚ ਡੈਰੀਵੇਟਿਵ ਲੈ ਰਹੇ ਹਾਂ। ਇਸ ਲਈ ਹੁਣ ਜੇ ਅਸੀਂ ਇਸ ਡੈਲਟਾ y ਦੀ ਗਣਨਾ ਕਰਦੇ ਹਾਂ ਤਾਂ ਇਹ 0 f ਡੈਲਟਾ x ਡੈਲਟਾ y ਤੇ ਜਾਂਦਾ ਹੈ। ਇਸ ਲਈ ਸਾਨੂੰ ਹੁਣ ਉੱਥੇ ਬਦਲਣਾ ਪਵੇਗਾ ਡੈਲਟਾ x ਡੈਲਟਾ y ਅਤੇ ਫਿਰ ਸਾਡੇ ਕੋਲ ਡੈਲਟਾ x ਸਕੁਏਅਰ ਮਾਈਨਸ ਡੈਲਟਾ y ਸਕੁਏਅਰ ਹੈ ਅਤੇ ਬਟਾ ਡੈਲਟਾ x ਸਕੁਏਅਰ ਡੈਲਟਾ y ਸਕੁਏਅਰ ਮਾਈਨਸ f ਡੈਲਟਾ x ਅਤੇ y 0 ਹੈ। ਜਦੋਂ y 0 ਹੈ ਤਾਂ ਇਹ 0 ਹੋ ਜਾਵੇਗਾ ਅਤੇ ਸਾਡੇ ਕੋਲ ਇਹ ਡੈਲਟਾ y ਟਰਮ ਹੈ। ਇਸ ਲਈ ਇਹ ਡੈਲਟਾ y ਤੁਸੀਂ ਇਸ ਨਾਲ ਰੱਦ ਕਰ ਸਕਦੇ ਹੋ ਅਤੇ ਜਦੋਂ ਅਸੀਂ ਹੁਣ ਲਿਮਿਟ ਲੈ ਲਓ ਡੈਲਟਾ y ਜੋ 0 ਤੱਕ ਜਾਂਦਾ ਹੈ, ਇਸ ਲਈ ਇਹ ਸਮੀਕਰਨ 0 ਹੋ ਜਾਵੇਗੀ, ਇਹ ਸਮੀਕਰਨ 0 ਹੋ ਜਾਵੇਗੀ ਅਤੇ ਜੋ ਸਾਨੂੰ ਡੈਲਟਾ x3 ਮਿਲੇਗਾ ਉੱਥੇ ਡੈਲਟਾ x ਅਤੇ ਡੈਲਟਾ x ਵਰਗ ਡੈਲਟਾ x3 ਬਣ ਜਾਏਗਾ ਇਸ ਡੈਲਟਾ x ਸਕੁਏਅਰ ਦੇ ਉੱਤੇ। ਇਹ ਡੈਲਟਾ y ਜਦੋਂ ਅਸੀਂ ਲਿਮਿਟ ਲੈ ਲਈ ਹੈ ਇਹ 0 ਹੈ, ਇਹ 0 ਹੈ ਅਤੇ ਸਾਨੂੰ ਡੈਲਟਾ x ਵਰਗ ਦਾ ਡੈਲਟਾ x ਕਿਊਬ ਮਿਲਿਆ ਜੋ ਕਿ ਡੈਲਟਾ x ਹੈ। ਇਸ ਲਈ ਇਹ fy c ਅਤੇ ਡੈਲਟਾ x 0 ਸੀ। ਇਸ ਲਈ ਇਸ ਦੀ ਅਸੀਂ ਡੈਲਟਾ x ਦੇ ਰੂਪ ਵਿੱਚ ਗਣਨਾ ਕੀਤੀ ਹੈ। ਤਾਂ ਆਓ ਇਸ ਦੀ ਵਰਤੋਂ ਇਹ ਡੈਲਟਾ x ਵਜੋਂ ਕਰੀਏ। ਹੁਣ ਸਾਨੂੰ ਗਣਨਾ ਕਰਨੀ ਪਵੇਗੀ fy00 ਦੀ। ਇਸ ਲਈ fy00 ਕੀ ਹੈ? ਇਸ ਲਈ fy00 ਦੀ ਪਰਿਭਾਸ਼ਾ ਦੀ ਦੁਬਾਰਾ ਵਰਤੋਂ ਕਰਨੀ ਪਏਗੀ। ਇਸ ਲਈ ਡੈਲਟਾ y 0 ਤੇ ਜਾਂਦਾ ਹੈ ਅਤੇ ਫਿਰ ਸਾਡੇ ਕੋਲ ਫੰਕਸ਼ਨ f ਹੈ। ਅਸੀਂ ਫੰਕਸ਼ਨ f ਦਾ ਅੰਸ਼ਕ ਡੈਰੀਵੇਟਿਵ ਲੈ ਰਹੇ ਹਾਂ y ਦੇ ਸੰਬੰਧ ਵਿੱਚ, ਇਸ ਕਰਕੇ 0 ਇਸੇ ਤਰ੍ਹਾਂ ਹੀ ਰਹੇਗਾ ਜਿਵੇਂ ਕਿ ਇਹ 0 ਪਲਸ ਡੈਲਟਾ y ਹੈ। ਇੱਥੇ ਸਾਡੇ ਕੋਲ ਡੈਲਟਾ y ਮਾਈਨਸ af00 ਹੈ ਅਤੇ ਡੈਲਟਾ y ਨਾਲ ਭਾਗ ਕੀਤਾ ਗਿਆ ਹੈ। ਇਹ ਲਿਮਿਟ ਡੈਲਟਾ y 0 ਤੇ ਜਾਂਦੀ ਹੈ ਅਤੇ ਇਹ ਇੱਕ ਆਰਗੂਮੈਂਟ 0 ਹੈ ਅਤੇ ਸਾਡੇ ਕੋਲ ਪ੍ਰੋਡਕਟ ਹੈ। ਇਸ ਲਈ ਇਹ 0 ਹੋ ਜਾਵੇਗਾ ਅਤੇ ਮਾਈਨਸ f000 ਹੈ ਜੋ ਦਿੱਤਾ ਗਿਆ ਹੈ ਅਤੇ ਇਸ ਲਈ ਡੈਲਟਾ y 0 ਹੋਵੇਗਾ। ਇਸ ਲਈ 0 ਤੇ y ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ 0 ਹੈ। ਇਸ ਲਈ ਇਹ 0 ਹੈ। ਇਸ ਲਈ ਸਾਨੂੰ ਇਹ ਦੋ ਮਿਲੇ ਹਨ। ਇਸ ਲਈ fy ਡੈਲਟਾ x00 ਜਾਂ ਡੈਲਟਾ x0 ਡੈਲਟਾ x ਹੈ ਅਤੇ ਇੱਥੇ fi000 ਹੈ। ਇਸ ਲਈ ਅਸੀਂ ਹੁਣ ਡੈਲਟਾ x ਮਾਈਨਸ 0 ਬਟਾ ਡੈਲਟਾ x ਨੂੰ ਬਦਲ ਸਕਦੇ ਹਾਂ ਅਤੇ ਇਹ ਡੈਲਟਾ x ਬਟਾ ਡੈਲਟਾ x 1 ਬਣ ਜਾਵੇਗਾ। ਇਸ ਲਈ ਸਾਡੇ ਕੋਲ ਇਹ ਲਿਮਿਟ ਹੈ 1 ਦੇ ਰੂਪ ਵਿੱਚ ਹੈ। ਇਸ ਲਈ ਸਾਨੂੰ ਇਸ ਆਰਡਰ ਡੈਲ x ਡੈਲ y ਦਾ ਇਹ ਅੰਸ਼ਕ ਮਿਸ਼ਰਤ ਆਰਡਰ ਅੰਸ਼ਕ ਡੈਰੀਵੇਟਿਵ ਪ੍ਰਾਪਤ ਹੋਇਆ।
ਇਸੇ ਤਰ੍ਹਾਂ ਹੁਣ ਅਸੀਂ y ਦੇ ਸੰਬੰਧ ਵਿੱਚ ਅਤੇ ਫਿਰ x ਦੇ ਸੰਬੰਧ ਵਿੱਚ ਦੂਜੇ ਕ੍ਰਮ ਦੇ ਪਾਰਸ਼ਲ ਡੈਰੀਵੇਟਿਵ ਦੀ ਗਣਨਾ ਕਰਾਂਗੇ। ਇਸ ਕੇਸ ਵਿੱਚ ਸਾਡੇ ਕੋਲ ਹੁਣ ਆਰਡਰ ਹੈ del f ਬਟਾ del x ਦਾ del ਬਟਾ del y, ਜਿਸ ਦਾ ਮਤਲਬ ਹੈ ਕਿ ਫੰਕਸ਼ਨ f ਦਾ x ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ। ਇਸ ਮਾਮਲੇ ਵਿੱਚ ਦੁਬਾਰਾ ਅਸੀਂ ਪਰਿਭਾਸ਼ਾ ਦੀ ਵਰਤੋਂ ਕਰਦੇ ਹਾਂ, ਇਸ ਲਈ ਡੈਲਟਾ y ਇਸ ਡੈਲਟਾ y ਨੂੰ 0 ਤੇ ਲੈ ਜਾਂਦਾ ਹੈ ਅਤੇ ਸਾਡੇ ਕੋਲ ਇਹ ਫੰਕਸ਼ਨ f(x) ਇਸ ਲਈ f(x) z0 ਹੈ ਕਿਉਂਕਿ ਅਸੀਂ y ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ ਲੈ ਰਹੇ ਹਾਂ। ਇਸ ਲਈ ਸਾਨੂੰ y ਵਿੱਚ ਵਾਧਾ ਮਿਲੇਗਾ, ਇਸ ਲਈ 0 ਪਲੱਸ ਡੈਲਟਾ y ਜੋ ਕਿ ਡੈਲਟਾ y ਮਾਈਨਸ f(x) 0 ਹੈ। ਸਾਡਾ ਡੈਲਟਾ y ਇਸ ਲਈ ਹੁਣ ਪਿਛਲੀ ਸਲਾਈਡ ਦੀ ਤਰ੍ਹਾਂ ਸਾਨੂੰ ਪਹਿਲਾਂ fy ਦੀ ਬਜਾਏ ਇਸ f(x0) ਡੈਲਟਾ y ਅਤੇ f(x) 0 ਦੀ ਗਣਨਾ ਕਰਨੀ ਪਵੇਗੀ। ਇਸ ਲਈ ਇੱਥੇ ਡੈਰੀਵੇਟਿਵ f(x0) ਡੈਲਟਾ y ਕੀ ਹੈ? ਇਸ ਲਈ ਦੁਬਾਰਾ ਫਿਰ ਲਿਮਿਟ ਡੈਲਟਾ x ਲਈ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਇੱਥੇ x ਅਤੇ f ਦੇ ਸੰਬੰਧ ਵਿੱਚ ਡੈਰੀਵੇਟਿਵ ਲੈ ਰਹੇ ਹਾਂ। ਇਹ ਇੰਕਰੀਮੈਂਟ ਹੈ, ਇਸ ਲਈ 0 ਪਲੱਸ ਡੈਲਟਾ x ਅਤੇ ਡੈਲਟਾ y ਕਿਉਂਕਿ ਇਹ ਮਾਈਨਸ ਹੈ ਤਾਂ ਸਾਡੇ ਕੋਲ f ਅਤੇ 0 ਡੈਲਟਾ y ਨੂੰ ਡੈਲਟਾ x ਨਾਲ ਭਾਗ ਕੀਤਾ ਗਿਆ ਹੈ। ਅਸੀਂ x ਦੇ ਸੰਬੰਧ ਵਿੱਚ ਡੈਰੀਵੇਟਿਵ ਲੈ ਰਹੇ ਹਾਂ, ਇਸ ਲਈ ਇੱਥੇ ਲਿਮਿਟ ਡੈਲਟਾ x 0 ਹੋ ਜਾਂਦੀ ਹੈ ਅਤੇ ਇਹ ਡੈਲਟਾ x ਡੈਲਟਾ y ਹੋ ਸਕਦੀ ਹੈ ਅਤੇ ਇਹ ਟਰਮ ਡੈਲਟਾ x ਸਕੁਏਅਰ ਮਾਈਨਸ ਡੈਲਟਾ y ਸਕੁਏਅਰ ਭਾਗ ਡੈਲਟਾ x ਸਕੁਏਅਰ ਪਲੱਸ ਡੈਲਟਾ y ਸਕੁਏਅਰ ਮਾਈਨਸ ਹੈ ਜੋ 0 ਹੋ ਜਾਵੇਗਾ ਅਤੇ ਫਿਰ ਸਾਡੇ ਕੋਲ ਡੈਲਟਾ x ਹੈ। ਇਸ ਸਥਿਤੀ ਵਿੱਚ ਇਹ ਡੈਲਟਾ x ਅਤੇ ਡੈਲਟਾ x ਨੂੰ ਰੱਦ ਕਰ ਦਿੱਤਾ ਜਾਵੇਗਾ ਅਤੇ ਅਸੀਂ ਲਿਮਿਟ ਡੈਲਟਾ x ਜੋ 0 ਹੋ ਜਾਂਦੀ ਹੈ ਲੈ ਲਵਾਂਗੇ। ਇਸ ਲਈ ਇਹ ਟਰਮ 0 ਤੇ ਜਾਏਗੀ ਅਤੇ ਇਹ ਟਰਮ 0 ਤੇ ਜਾਏਗੀ ਅਤੇ ਸਾਨੂੰ ਇੱਥੇ ਮਾਈਨਸ ਡੈਲਟਾ y ਕਿਊਬ ਬਟਾ ਡੈਲਟਾ y ਸਕੁਏਅਰ ਮਿਲੇਗਾ ਜੋ ਕਿ ਮਾਈਨਸ ਡੈਲਟਾ y ਹੋਵੇਗਾ। ਇਸ ਲਈ ਹੁਣ ਇਹ ਡੈਰੀਵੇਟਿਵ ਇੱਥੇ ਮਾਈਨਸ ਡੈਲਟਾ y ਮਾਈਨਸ ਡੈਲਟਾ y ਹੈ ਅਤੇ ਫਿਰ f(x) 0 ਤੇ ਹੈ ਤਾਂ ਇਹ f(x) 0 ਤੇ ਸਾਨੂੰ ਇਸ ਪਰਿਭਾਸ਼ਾ ਨੂੰ ਦੁਬਾਰਾ ਵਰਤਣਾ ਪਏਗਾ। ਇਸ ਲਈ ਲਿਮਿਟ ਡੈਲਟਾ x 0 ਤੇ ਜਾਂਦਾ ਹੈ ਅਤੇ ਫਿਰ ਸਾਡੇ ਕੋਲ ਡੈਲਟਾ x ਦੇ ਉੱਪਰ f ਡੈਲਟਾ x 0 ਮਾਈਨਸ f 0 ਹੁੰਦਾ ਹੈ ਅਤੇ ਕਿਉਂਕਿ ਇੱਥੇ ਇੱਕ ਆਰਗੂਮੈਂਟ 0 ਹੈ ਅਤੇ ਇਸ ਪ੍ਰੋਡਕਟ ਦੇ ਕਾਰਨ ਇਹ ਡੈਲਟਾ x ਓਵਰ 0 ਮਾਈਨਸ 0 ਬਟਾ ਲਿਮਿਟ ਡੈਲਟਾ x 0 ਹੋ ਜਾਵੇਗਾ। ਇਸ ਲਈ ਸਾਡੇ ਕੋਲ ਦੁਬਾਰਾ 0 ਹੈ, ਇਸ ਲਈ ਸਾਨੂੰ 0 ਮਿਲ ਗਿਆ। ਹੁਣ ਤੁਸੀਂ ਇੱਥੇ ਬਦਲਦੇ ਹੋ, ਇਸ ਲਈ ਮਾਈਨਸ ਡੈਲਟਾ y ਮਾਈਨਸ 0 ਬਟਾ ਡੈਲਟਾ y ਅਤੇ ਇਹ ਲਿਮਿਟ ਇਹ ਡੈਲਟਾ y ਰੱਦ ਹੋ ਜਾਂਦਾ ਹੈ ਅਤੇ ਸਾਨੂੰ ਮਾਈਨਸ 1 ਮਿਲੇਗਾ। ਨੋਟ ਜੋ ਪਹਿਲਾਂ ਸਾਨੂੰ ਮਿਲਿਆ ਸੀ ਪਿਛਲੀ ਸਲਾਈਡ ਵਿੱਚ del 2f ਬਟਾ del x del y ਜੋ ਕਿ 1 ਸੀ ਅਤੇ ਹੁਣ ਸਾਨੂੰ del 2y ਓਵਰ del y del x ਮਿਲਿਆ ਜੋ ਕਿ ਮਾਈਨਸ 1 ਹੈ। ਇਸ ਲਈ ਅਸੀਂ ਕੀ ਦੇਖਿਆ ਹੈ ਕਿ ਇਹ ਦੋ ਪਾਰਸ਼ਲ ਡੈਰੀਵੇਟਿਵਜ਼ ਹਨ, ਪਹਿਲਾਂ y ਦੇ ਸੰਬੰਧ ਵਿੱਚ ਅਤੇ ਫਿਰ x ਦੇ ਸੰਬੰਧ ਵਿੱਚ ਜਾਂ ਪਹਿਲਾਂ x ਦੇ ਸੰਬੰਧ ਵਿੱਚ ਅਤੇ ਫਿਰ y ਦੇ ਸੰਬੰਧ ਵਿੱਚ। ਉਹ ਇਸ ਵਰਤਮਾਨ ਉਦਾਹਰਣ ਦੇ ਬਰਾਬਰ ਨਹੀਂ ਹੋ ਸਕਦੇ ਹਨ। ਇੱਥੇ ਇਸ ਦੀ ਵੈਲਿਊ -1 ਹੈ ਅਤੇ ਇੱਥੇ ਮੁੱਲ 1 ਹੈ ਤਾਂ ਜਦੋਂ ਇਸ ਮਿਸ਼ਰਤ ਪਾਰਸ਼ਲ ਡੈਰੀਵੇਟਿਵਜ਼ ਦੀ ਸਮਾਨਤਾ ਵਾਪਰਦੀ ਹੈ, ਇਸ ਲਈ ਸਾਡੇ ਕੋਲ ਇਹ ਨਤੀਜਾ ਹੈ ਜੇ f(x) fy ਅਤੇ fyx ਸਾਰੇ ਇਸ ਪੁਆਇੰਟ ਦੇ ਨੇੜਲੇ ਖੇਤਰ ਵਿੱਚ ਮੌਜੂਦ ਹਨ। ਇਸ ਲਈ ਨਾ ਸਿਰਫ ਇਸ ਪੁਆਇੰਟ ਤੇ ਬਲਕਿ ਇਸ ਪੁਆਇੰਟ ਦੇ ਨੇੜਲੇ ਖੇਤਰ ਵਿੱਚ ਵੀ ਇਹ ਤਿੰਨ ਮੌਜੂਦ ਹਨ ਅਤੇ ਇਹ ਇੱਥੇ ਸਿਖਰ ਤੇ ਹੈ। fyx ਵੀ ਉਸ ਪੁਆਇੰਟ ਤੇ ਨਿਰੰਤਰ 0 ਹੈ। ਉਸ ਸਥਿਤੀ ਵਿੱਚ ਸਾਡੇ ਕੋਲ ਨਤੀਜਾ ਹੈ ਕਿ f(x, y) ਵੀ ਇਸ ਪੁਆਇੰਟ ਤੇ ਮੌਜੂਦ ਹੋਵੇਗਾ ਅਤੇ ਇਹ fyx ਦੇ ਮੁੱਲ ਦੇ ਬਰਾਬਰ ਹੋਵੇਗਾ। ਇਸ ਲਈ ਅਸਲ ਵਿੱਚ ਨਿਰੰਤਰਤਾ ਇਸ fyx ਦੀ ਮੁੱਖ ਭੂਮਿਕਾ ਨਿਭਾਉਂਦੀ ਹੈ ਜਾਂ ਅਸੀਂ ਇਹ ਨਤੀਜਾ xy ਲਈ ਕਰ ਸਕਦੇ ਹਾਂ। ਜਾਂ ਇੱਥੇ ਇੱਕ ਹੋਰ ਸਮਾਨਾਂਤਰ ਨਤੀਜਾ ਹੈ ਜੇ ਮਿਸ਼ਰਤ ਡੈਰੀਵੇਟਿਵਜ਼ ਇਸ fyx ਅਤੇ fxy ਨੂੰ ਯਾਦ ਰੱਖਣਾ ਆਸਾਨ ਲੱਗਦਾ ਹੈ ਤਾਂ ਜਦੋਂ ਸਮਾਨਤਾ ਉਦੋਂ ਵਾਪਰਦੀ ਹੈ ਜਦੋਂ ਇਹ ਦੋ ਡੈਰੀਵੇਟਿਵ fyx ਅਤੇ fxy ਇੱਕ ਖੁੱਲੇ ਡੋਮੇਨ ਵਿੱਚ ਨਿਰੰਤਰ ਹੁੰਦੇ ਹਨ। ਫਿਰ ਡੋਮੇਨ D ਦੇ ਕਿਸੇ ਵੀ ਬਿੰਦੂ ਤੇ ਸਾਡੇ ਕੋਲ ਪਾਰਸ਼ਲ ਡੈਰੀਵੇਟਿਵਜ਼ ਇਕੁਅਲ ਹੁੰਦੇ ਹਨ। ਇਹ ਮਿਸ਼ਰਤ ਕ੍ਰਮ ਪਾਰਸ਼ਲ ਡੈਰੀਵੇਟਿਵਜ਼ ਦੇ ਇਕੁਅਲ ਹੁੰਦੇ ਹਨ। ਇਸ ਲਈ ਪਿਛਲੀ ਉਦਾਹਰਣ ਵਿੱਚ ਨਿਸ਼ਚਤ ਤੌਰ ਤੇ ਉਹ ਅੰਸ਼ਕ ਡੈਰੀਵੇਟਿਵਜ਼ ਦੇ ਇਕੁਅਲ ਨਹੀਂ ਸਨ।
ਨਹੀਂ ਤਾਂ ਸਾਨੂੰ ਉੱਥੇ ਬਰਾਬਰੀ ਮਿਲ ਜਾਂਦੀ ਕਿ fxy fyx ਦੇ ਬਰਾਬਰ ਹੁੰਦਾ ਹੈ ਕਿਉਂਕਿ ਇਹ ਸਫੀਸ਼ੀਐਂਟ ਕੰਡੀਸ਼ਨ ਹੈ। ਇਸ ਲਈ ਜੇ ਇਹ ਡੈਰੀਵੇਟਿਵ ਨਿਰੰਤਰ ਹਨ, ਦੂਜੇ ਕ੍ਰਮ ਦੇ ਅੰਸ਼ਕ ਡੈਰੀਵੇਟਿਵ ਨਿਰੰਤਰ ਹਨ, ਫਿਰ ਉਹ ਬਰਾਬਰ ਹੋਣਗੇ। ਇਸ ਲਈ ਅਸੀਂ ਇੱਥੋਂ ਕੀ ਸਿੱਟਾ ਕੱਢ ਸਕਦੇ ਹਾਂ? ਜੇ ਉਹ ਬਰਾਬਰ ਨਹੀਂ ਹਨ, ਜੇ ਉਹ ਇਕੁਅਲ ਨਹੀਂ ਹਨ ਤਾਂ ਇਸ ਦਾ ਅਰਥ ਹੈ ਨਿਰੰਤਰ ਨਾ ਹੋਣ ਦੇ ਲਈ ਡੈਰੀਵੇਟਿਵਸ, ਕਿਉਂਕਿ ਜੇ ਨਿਰੰਤਰ ਲਈ ਡੈਰੀਵੇਟਿਵਸ ਹਨ ਤਾਂ ਉਹਨਾਂ ਨੂੰ ਇਕੁਅਲ ਹੋਣਾ ਚਾਹੀਦਾ ਹੈ। ਇਸ ਲਈ ਜੇ ਇਹ ਡੈਰੀਵੇਟਿਵਸ ਇਕੁਅਲ ਨਹੀਂ ਹਨ, ਇਹ ਮਿਸ਼ਰਤ ਕ੍ਰਮ ਡੈਰੀਵੇਟਿਵਸ ਇਕੁਅਲ ਨਹੀਂ ਹਨ, ਤਾਂ ਅਸੀਂ ਸਿੱਟਾ ਕੱਢ ਸਕਦੇ ਹਾਂ ਕਿ ਪਾਰਸ਼ਲ ਡੈਰੀਵੇਟਿਵਸ ਇਹ ਮਿਸ਼ਰਤ ਕ੍ਰਮ ਪਾਰਸ਼ਲ ਡੈਰੀਵੇਟਿਵਸ ਨਿਰੰਤਰ ਨਹੀਂ ਹਨ। ਇਸ ਲਈ ਇਸ ਉਦਾਹਰਣ ਵਿੱਚ ਵੇਖੀਏ ਤਾਂ ਪਹਿਲਾਂ ਇਸ ਸਮੱਸਿਆ ਲਈ fxy ਅਤੇ fyx ਦੀ ਗਣਨਾ ਕਰਾਂਗੇ। xy ਘਨ ਬਟਾ x ਪਲਸ y ਵਰਗ ਜਦੋਂ x ਇਕੁਅਲ ਨਹੀਂ ਹੈ, ਕਿਉਂਕਿ ਨਹੀਂ ਤਾਂ ਇਹ ਇੱਥੇ ਪਰਿਭਾਸ਼ਿਤ ਨਹੀਂ ਹੋਵੇਗਾ ਅਤੇ ਹੋਰ ਜਗ੍ਹਾ ਮੁੱਲ 0 ਹੈ। ਇਸ ਲਈ ਅਸੀਂ ਫੰਕਸ਼ਨ ਦੇ fy ਦੇ ਸੰਬੰਧ ਵਿੱਚ ਦੂਜੇ ਕ੍ਰਮ ਦੇ ਪਾਰਸ਼ਲ ਡੈਰੀਵੇਟਿਵ ਦੀ ਗਣਨਾ ਕਰਦੇ ਹਾਂ। ਪਰਿਭਾਸ਼ਾ ਦੇ ਅਨੁਸਾਰ ਸਾਡੇ ਕੋਲ fy ਡੈਲਟਾ x 0 ਅਤੇ fy 0 ਡੈਲਟਾ x ਦੇ ਨਾਲ ਹੈ ਅਤੇ ਪਹਿਲਾਂ ਦੀ ਉਦਾਹਰਣ ਦੇ ਸਮਾਨ ਸਾਨੂੰ ਗਣਨਾ ਕਰਨ ਦੀ ਜ਼ਰੂਰਤ ਹੈ। ਹੁਣ ਇਹ fy ਡੈਲਟਾ x ਜੋ ਕਿ ਦੁਬਾਰਾ ਹੈ, ਇਹ ਇੱਥੇ ਲਿਮਿਟ ਹੋਵੇਗੀ ਅਤੇ ਡੈਲਟਾ y 0 ਤੇ ਜਾਏਗਾ ਅਤੇ ਅਸੀਂ ਡੈਲਟਾ y ਬਾਰੇ ਗੱਲ ਕਰ ਰਹੇ ਹਾਂ, ਇਸ ਲਈ ਡੈਲਟਾ x ਨਹੀਂ ਬਦਲੇਗਾ ਅਤੇ ਸਾਡੇ ਕੋਲ 0 ਪਲਸ ਡੈਲਟਾ y ਹੈ। ਫਿਰ ਸਾਡੇ ਕੋਲ f ਡੈਲਟਾ x 0 ਅਤੇ ਡੈਲਟਾ y ਨਾਲ ਭਾਗ ਕੀਤਾ ਗਿਆ ਹੈ, ਤਾਂ ਇਹ ਲਿਮਿਟ ਕੀ ਹੈ? ਇਸ ਲਈ ਜੇ ਅਸੀਂ ਇੱਥੇ ਇਸ ਲਿਮਿਟ ਨੂੰ ਲੈਂਦੇ ਹਾਂ, ਡੈਲਟਾ y ਇੱਥੇ 0 ਹੋ ਜਾਂਦਾ ਹੈ, ਤਾਂ ਇਹ ਇੱਥੋਂ ਡੈਲਟਾ x ਅਤੇ ਡੈਲਟਾ y ਕਿਊਬ ਬਣ ਜਾਵੇਗਾ ਅਤੇ ਫਿਰ ਡੈਲਟਾ y ਸਕੁਏਅਰ ਮਾਈਨਸ ਵਿੱਚ ਡੈਲਟਾ x ਨਾਲ ਭਾਗ ਕੀਤਾ ਜਾਵੇਗਾ, ਤਾਂ ਫਿਰ ਇਹ y 0 ਹੈ ਤਾਂ ਇਹ 0 ਅਤੇ ਡੈਲਟਾ y ਬਣ ਜਾਵੇਗਾ। ਇਸ ਲਈ ਇਹ ਡੈਲਟਾ y ਇੱਥੇ ਰੱਦ ਕਰ ਦਿੱਤਾ ਜਾਵੇਗਾ ਅਤੇ ਫਿਰ ਡੈਲਟਾ y ਜੇ ਅਸੀਂ 0 ਤੇ ਲੈ ਜਾ ਰਹੇ ਹਾਂ, ਕਿਉਂਕਿ ਇਹ ਸਾਨੂੰ ਦੁਬਾਰਾ ਡੈਲਟਾ y ਨੂੰ ਲਿਖਣ ਦੇਵੇਗਾ ਤਾਂ ਕਿ ਸਾਡੇ ਕੋਲ ਡੈਲਟਾ x ਡੈਲਟਾ y ਸਕੁਏਅਰ ਭਾਗ ਡੈਲਟਾ x ਪਲਸ ਡੈਲਟਾ y ਸਕੁਏਅਰ ਹੈ। ਇਸ ਲਈ ਜਦੋਂ ਡੈਲਟਾ y 0 ਤੇ ਜਾਂਦਾ ਹੈ ਤਾਂ ਇਹ ਸਮੀਕਰਨ 0 ਤੇ ਜਾਂਦੀ ਹੈ ਅਤੇ ਇੱਥੇ ਇਹ 0 ਹੋ ਜਾਂਦੀ ਹੈ। ਇਸ ਲਈ ਤੁਹਾਡੇ ਕੋਲ ਇਹ ਲਿਮਿਟ 0 ਹੈ। ਇਸ ਸਥਿਤੀ ਵਿੱਚ ਇਹ ਹੁਣ 0 ਹੈ ਅਤੇ fy 0 ਹੋਵੇਗਾ। ਆਓ ਅਸੀਂ ਇੱਥੇ ਗਣਨਾ ਕਰੀਏ। ਇਸ ਲਈ fy 0 ਲਿਮਿਟ ਡੈਲਟਾ y 0 ਹੈ ਅਤੇ ਫਿਰ ਸਾਡੇ ਕੋਲ f ਹੈ, ਇਸ ਕਰਕੇ 0 ਡੈਲਟਾ y ਮਾਈਨਸ f 0 ਹੈ ਅਤੇ ਡੈਲਟਾ y ਨਾਲ ਭਾਗ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਦੁਬਾਰਾ ਇੱਥੇ 0 ਹੈ ਅਤੇ ਇਹ ਵੀ 0 ਹੈ, ਇਸ ਲਈ 0 ਮਾਈਨਸ 0 ਬਟਾ ਡੈਲਟਾ y। ਇਸ ਲਈ 0 ਤੇ ਪਾਰਸ਼ਲ ਡੈਰੀਵੇਟਿਵ ਵੀ 0 ਹੈ। ਇਸ ਮਾਮਲੇ ਵਿੱਚ ਸਾਨੂੰ ਇਹ 0 ਮਿਲੀ, ਦੋਵਾਂ ਕੋਲ 0 ਹੈ, ਇਸ ਲਈ 0 ਮਾਈਨਸ 0 ਬਟਾ ਡੈਲਟਾ x। ਇਸ ਲਈ ਇਸ ਕੇਸ ਵਿੱਚ ਸਾਨੂੰ ਅੰਸ਼ਕ ਆਰਡਰ ਦੂਜਾ ਆਰਡਰ ਡੈਰੀਵੇਟਿਵ 0 ਮਿਲਿਆ ਹੈ। ਹੁਣ ਤੁਸੀਂ ਇਸ ਫੰਕਸ਼ਨ ਦੇ ਦੂਜੇ fyx ਦੀ ਗਣਨਾ ਕਰੋਗੇ। ਇਸ ਲਈ ਹੁਣ ਇੱਥੇ y ਦੇ ਸੰਬੰਧ ਵਿੱਚ y ਦਾ ਪਾਰਸ਼ਲ ਡੈਰੀਵੇਟਿਵ fx ਦੁਬਾਰਾ ਪਰਿਭਾਸ਼ਾ। ਇਸ ਲਈ y ਇਹਨਾਂ ਵਧਿਆ ਹੈ ਅਤੇ ਫਿਰ ਸਾਨੂੰ ਇਸ ਪਾਰਸ਼ਲ ਡੈਰੀਵੇਟਿਵਸ ਦੀ ਗਣਨਾ ਕਰਨ ਦੀ ਜ਼ਰੂਰਤ ਹੈ 0 ਡੈਲਟਾ y ਤੇ ਅਤੇ 0 ਤੇ। ਜੇ ਅਸੀਂ ਇਸ ਦੀ 0 y ਤੇ ਗਣਨਾ ਕਰਦੇ ਹਾਂ ਤਾਂ ਇਸ ਮਾਮਲੇ ਵਿੱਚ ਕੀ ਹੋਵੇਗਾ? ਇਸ ਲਈ ਅਸੀਂ ਹੁਣ 0 ਡੈਲਟਾ y ਦੀ ਗਣਨਾ ਕਰ ਰਹੇ ਹਾਂ। ਆਓ ਅਸੀਂ ਲਿਮਿਟ ਨੂੰ ਡੈਲਟਾ y ਟੂ 0 ਮਾਫ ਕਰਨਾ ਡੈਲਟਾ x ਟੂ 0 ਨਾ ਕਿ ਡੈਲਟਾ y ਟੂ 0। ਇਹ ਡੈਲਟਾ x ਟੂ 0 ਹੋਵੇਗਾ ਅਤੇ ਸਾਡੇ ਕੋਲ x ਡੈਲਟਾ y ਵਿੱਚ ਵਾਧਾ ਹੈ, ਕਿਉਂਕਿ ਇਹ ਫੰਕਸ਼ਨ ਹੈ ਜਿਵੇਂ ਕਿ ਇਸ ਨੂੰ ਹੁਣ ਇਸ ਇੰਕਰੀਮੈਂਟ ਡੈਲਟਾ x ਨਾਲ ਭਾਗ ਕੀਤਾ ਗਿਆ ਹੈ। ਇਸ ਲਈ ਇਹ x ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ ਹੋਵੇਗਾ। ਇਸ ਲਈ ਲਿਮਿਟ ਡੈਲਟਾ x 0 ਹੋ ਜਾਂਦੀ ਹੈ। ਇਹ ਡੈਲਟਾ x ਡੈਲਟਾ y ਕਿਊਬ ਬਟਾ ਡੈਲਟਾ x ਅਤੇ ਡੈਲਟਾ y ਸਕੁਏਅਰ ਹੋਵੇਗਾ ਅਤੇ ਮਾਈਨਸ ਇਹ 0 ਹੋ ਜਾਵੇਗਾ ਅਤੇ ਫਿਰ ਸਾਡੇ ਕੋਲ ਡੈਲਟਾ x ਹੈ। ਇਸ ਲਈ ਇਹ ਡੈਲਟਾ x ਕੱਟਿਆ ਜਾਵੇਗਾ ਅਤੇ ਹੁਣ ਅਸੀਂ ਡੈਲਟਾ x ਟੂ 0। ਇਸ ਲਈ ਇਹ ਪਦ 0 ਹੋ ਜਾਵੇਗਾ ਅਤੇ ਸਾਨੂੰ ਡੈਲਟਾ y ਕਿਊਬ ਮਿਲੇਗਾ ਡੈਲਟਾ y ਸਕੁਏਅਰ। ਇਸ ਲਈ ਇਸ ਸਥਿਤੀ ਵਿੱਚ ਅਸੀਂ ਡੈਲਟਾ y ਅਤੇ ਇਹ ਡੈਰੀਵੇਟਿਵ ਪ੍ਰਾਪਤ ਕਰ ਰਹੇ ਹਾਂ। ਸਾਨੂੰ ਇਹ ਡੈਲਟਾ y ਮਿਲ ਰਿਹਾ
ਹੈ। ਇਸ ਕੇਸ ਵਿੱਚ ਅਤੇ ਹੁਣ 0 0 ਤੇ f(x), ਇਸ ਲਈ ਇਸ ਗੁਣਾ ਦੇ ਕਾਰਨ ਇਹ 0 ਹੋ ਜਾਵੇਗਾ, ਇਸ ਲਈ ਦੁਬਾਰਾ ਗਣਨਾ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ ਹੁਣ ਸਾਡੇ ਕੋਲ ਇਸ f(x) ਡੈਲਟਾ y ਲਈ ਡੈਲਟਾ y ਹੈ ਅਤੇ -0 ਟਰਮ f(x) 0 0 ਨੂੰ ਡੈਲਟਾ y ਨਾਲ ਭਾਗ ਕੀਤਾ ਗਿਆ ਹੈ। ਇਸ ਸਥਿਤੀ ਵਿੱਚ ਹੁਣ ਡੈਲਟਾ y ਨੂੰ ਡੈਲਟਾ y ਨਾਲ ਭਾਗ ਕੀਤਾ ਗਿਆ ਹੈ ਤਾਂ ਇਹ 1 ਬਣ ਜਾਵੇਗਾ, ਇਸ ਲਈ ਇਹ f(x y 0 0) ਇਸ origin ਤੇ ਦੁਬਾਰਾ ਇਹ ਦੋ ਡੈਰੀਵੇਟਿਵਜ਼ ਇਕੁਅਲ ਨਹੀਂ ਹਨ। ਇਸ ਲਈ ਇਸ ਦਾ ਮਤਲਬ ਇਹ ਹੈ ਕਿ ਉਹ 0 0 ਤੇ ਵੀ ਕੰਟੀਨਿਊਅਸ ਨਹੀਂ ਹਨ, ਕਿਉਂਕਿ ਅਸੀਂ ਵੇਖਿਆ ਹੈ ਕਿ ਕੀ ਇਹ ਡੈਰੀਵੇਟਿਵ ਕੰਟੀਨਿਊਅਸ ਹਨ। ਫਿਰ ਅਸੀਂ ਉੱਥੇ ਬਰਾਬਰੀ ਪ੍ਰਾਪਤ ਕਰਾਂਗੇ, ਇਸ ਲਈ ਉਹ ਨਿਸ਼ਚਿਤ ਤੌਰ ਤੇ ਕੰਟੀਨਿਊਅਸ ਨਹੀਂ ਹਨ, ਜਿਸ ਦੀ ਅਸੀਂ ਜਾਂਚ ਕਰ ਸਕਦੇ ਹਾਂ। ਤਾਂ ਇਹ ਦੋਵਾਂ ਦੀ ਕੰਟੀਨਿਊਟੀ ਜਾਂਚ ਹੈ। ਇਸ ਲਈ ਨਿਰੰਤਰਤਾ ਦੀ ਜਾਂਚ ਕਰਨ ਲਈ ਕੀ ਕਰਨਾ ਹੈ, ਸਾਨੂੰ ਇਹ ਮਿਸ਼ਰਤ ਡੈਰੀਵੇਟਿਵਜ਼ ਪ੍ਰਾਪਤ ਕਰਨੇ ਪੈਣਗੇ। ਜਦੋਂ x y ਸਕੁਏਅਰ ਦੇ ਇਕੁਅਲ ਨਹੀਂ ਹੈ ਅਤੇ ਹੋਰ ਥਾਵਾਂ ਤੇ ਵੀ ਦੋਵੇਂ ਥਾਵਾਂ, ਇਸ ਲਈ ਇੱਥੇ x y origin ਦੇ ਇਕੁਅਲ ਨਹੀਂ ਹਨ। ਜੇ ਅਸੀਂ ਗਣਨਾ ਕਰਦੇ ਹਾਂ ਜਾਂ ਅਸੀਂ ਕਹਾਂਗੇ ਜਦੋਂ x ਇਕੁਅਲ ਨਹੀਂ ਹੈ, ਇਸ ਲਈ ਇੱਥੇ ਇਸ ਦੀ ਬਜਾਏ ਅਸੀਂ x ਨੂੰ y ਦੇ ਇਕੁਅਲ ਨਹੀਂ ਕਹਾਂਗੇ। ਇਸ ਲਈ ਇਹਨਾਂ ਸਾਰੇ ਪੁਆਇੰਟਸ ਤੇ ਜਿੱਥੇ ਕੋਈ ਸਮੱਸਿਆ ਨਹੀਂ ਹੈ, ਅਸੀਂ ਸਿਰਫ y ਨੂੰ ਕਨਸਟੈਂਟ ਰੱਖ ਕੇ ਇਸ ਡੈਰੀਵੇਟਿਵ ਦੀ ਗਣਨਾ ਕਰ ਸਕਦੇ ਹਾਂ। ਇਸ ਲਈ ਜੇ ਤੁਸੀਂ ਇਸ ਡੈਰੀਵੇਟਿਵ ਨੂੰ ਇਸ f(x y) ਤੋਂ x ਦੇ ਸੰਬੰਧ ਵਿੱਚ ਲੈਣਾ ਚਾਹੁੰਦੇ ਹੋ, ਕੀ ਹੋਵੇਗਾ? ਇਸ ਲਈ ਇੱਥੇ x ਪਲਸ y ਸਕੁਏਅਰ ਕਨਸਟੈਂਟ ਨਿਯਮ ਹੋਲ ਸਕੁਏਅਰ ਆਵੇਗਾ ਅਤੇ ਇਹ ਟਰਮ ਮਾਫ ਕਰਨਾ x ਪਲਸ y ਸਕੁਏਅਰ ਅਤੇ x ਦੇ ਸੰਬੰਧ ਵਿੱਚ ਇਸ ਦਾ ਡੈਰੀਵੇਟਿਵ y ਕਿਊਬ ਮਾਈਨਸ ax y ਕਿਊਬ ਅਤੇ x ਦੇ ਸੰਬੰਧ ਵਿੱਚ ਇੱਥੇ ਡੈਰੀਵੇਟਿਵ 1 ਹੋ ਜਾਵੇਗਾ। ਤਾਂ ਇਹ x y ਕਿਊਬ ਕੀ ਹੋਵੇਗਾ ਅਤੇ x y ਕਿਊਬ ਕੱਟਿਆ ਜਾਵੇਗਾ ਅਤੇ ਫਿਰ ਸਾਡੇ ਕੋਲ x ਦੀ ਪਾਵਰ 5 ਪਲਸ y ਸਕੁਏਅਰ ਹੋਲ ਸਕੁਏਅਰ। ਤਾਂ ਇੱਥੇ ਇਹ ਟਰਮ ਹੈ, ਇਸ ਲਈ x ਦੇ ਪਾਰਸ਼ਲ ਡੈਰੀਵੇਟਿਵ ਦੇ ਸੰਬੰਧ ਵਿੱਚ f ਦਾ ਪਾਰਸ਼ਲ ਡੈਰੀਵੇਟਿਵ x ਦੇ ਸੰਬੰਧ ਵਿੱਚ ਸਾਨੂੰ y 5 ਬਟਾ x ਪਲਸ y ਸਕੁਏਅਰ ਦਾ ਹੋਲ ਸਕੁਏਅਰ ਮਿਲ ਰਹੇ ਹਨ। ਅਤੇ ਹੁਣ ਜੇ ਅਸੀਂ ਹੁਣ ਦੁਬਾਰਾ ਗਣਨਾ ਕਰਦੇ ਹਾਂ ਉਹਨਾਂ ਪੁਆਇੰਟ ਲਈ y ਦੇ ਸੰਬੰਧ ਵਿੱਚ ਇਸ ਦਾ ਪਾਰਸ਼ਲ ਡੈਰੀਵੇਟਿਵ ਲਗਾਉਂਦੇ ਹਾਂ ਜਿੱਥੇ ਸਾਨੂੰ ਕੋਈ ਸਮੱਸਿਆ ਨਹੀਂ ਹੁੰਦੀ, ਜਦੋਂ x y ਸਕੁਏਅਰ ਦੇ ਇਕੁਅਲ ਨਹੀਂ ਹੁੰਦਾ, ਤਾਂ ਹੁਣ ਅਸੀਂ ਇਸ ਨੂੰ ਦੁਬਾਰਾ ਡਿਫਰੈਂਸ਼ੀਏਟ ਕਰਾਂਗੇ y ਦੇ ਸੰਬੰਧ ਵਿੱਚ x ਨੂੰ ਕਨਸਟੈਂਟ ਰੱਖਦੇ ਹੋਏ ਇਸ ਤਰ੍ਹਾਂ ਕਰਨਾ ਜੋ ਅਸੀਂ ਉੱਥੇ ਕੀਤਾ ਹੈ। ਹੁਣ ਇੱਥੇ ਫੰਕਸ਼ਨ ਇਹ ਹੈ, ਹੁਣ ਸਾਨੂੰ y 6 ਪਲਸ 5x y 4 ਜਾਂ x ਪਲਸ y ਸਕੁਏਅਰ ਕਿਊਬ ਪ੍ਰਾਪਤ ਕਰਾਂਗੇ ਜਦੋਂ ਅਸੀਂ y ਦੇ ਸੰਬੰਧ ਵਿੱਚ ਇਸ ਦੇ ਡੈਰੀਵੇਟਿਵ ਨੂੰ ਲਵਾਂਗੇ। x ਨੂੰ ਕਨਸਟੈਂਟ ਰੱਖਣ ਨਾਲ ਸਾਨੂੰ ਇਹ ਟਰਮ ਇੱਥੇ ਮਿਲੇਗੀ। ਇਸ ਲਈ ਸਾਡੇ ਕੋਲ ਇਹ ਪਾਰਸ਼ਲ ਡੈਰੀਵੇਟਿਵ f(y)x ਇੱਕ ਪੁਆਇੰਟ x y ਤੇ ਹੈ, ਜਦੋਂ x ਮਾਈਨਸ y ਸਕੁਏਅਰ ਦੇ ਇਕੁਅਲ ਨਹੀਂ ਹੁੰਦਾ। ਹੁਣ ਸਾਨੂੰ ਹੋਰ ਪੁਆਇੰਟਸ ਦੀ ਗਣਨਾ ਕਰਨੀ ਪਵੇਗੀ। ਇਸ ਲਈ ਸਭ ਤੋਂ ਪਹਿਲਾਂ ਸਾਨੂੰ ਇਹ ਨੋਟ ਕਰਨਾ ਚਾਹੀਦਾ ਹੈ ਕਿ ਜੇ ਅਸੀਂ ਇੱਥੇ y ਦੇ ਸੰਬੰਧ ਵਿੱਚ ਅਤੇ ਫਿਰ x ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ ਦੀ ਗਣਨਾ ਕਰਦੇ ਹਾਂ, ਸਾਨੂੰ ਪਹਿਲਾਂ ਜਿੰਨੀ ਮਾਤਰਾ ਮਿਲੇਗੀ। ਇਹ ਕਾਰਨ ਸਪਸ਼ਟ ਹੈ ਕਿਉਂਕਿ ਜਦੋਂ x y ਦੇ ਇਕੁਅਲ ਨਹੀਂ ਹੁੰਦਾ ਤਾਂ ਸਾਡੇ ਕੋਲ ਇਹ ਵਧੀਆ ਫੰਕਸ਼ਨ ਹੁੰਦਾ ਹੈ ਅਤੇ ਜੋ ਯਕੀਨਨ ਕੰਟੀਨਿਊਅਸ ਹੁੰਦਾ ਹੈ, ਅਸੀਂ ਇਹ ਸਾਬਤ ਕਰ ਸਕਦੇ ਹਾਂ। ਇਸ ਲਈ ਇਹ ਸਾਰੇ ਡੈਰੀਵੇਟਿਵਜ਼ ਇਕੁਅਲ ਹੋਣੇ ਚਾਹੀਦੇ ਹਨ। ਇਹਨਾਂ ਪੁਆਇੰਟਸ ਦੇ ਜਿੱਥੇ ਕੋਈ ਸਮੱਸਿਆ ਨਹੀਂ ਹੈ, ਸਮੱਸਿਆ ਉਦੋਂ ਆਵੇਗੀ ਜਦੋਂ ਇਸ ਨੂੰ 0 ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾਵੇਗਾ। ਇਸ ਲਈ ਜਦੋਂ x ਮਾਈਨਸ ਅਤੇ y ਸਕੁਏਅਰ ਦੇ ਬਰਾਬਰ ਹੈ, ਇਸ ਲਈ ਉਹਨਾਂ ਪੁਆਇੰਟਸ ਤੇ ਸਾਨੂੰ ਹੋਰ ਸਾਰੇ ਪੁਆਇੰਟਸ ਤੇ ਸਾਵਧਾਨ ਰਹਿਣਾ ਚਾਹੀਦਾ ਹੈ। ਨਿਸ਼ਚਿਤ ਤੌਰ ਤੇ ਡੈਰੀਵੇਟਿਵਜ਼ ਕੰਟੀਨਿਊਅਸ ਹੋਣਗੇ ਅਤੇ ਵੈਲਿਊ ਇਕੁਅਲ ਹੋਵੇਗੀ, ਇਸ ਲਈ ਸਾਨੂੰ ਇਸ ਦੀ ਦੁਬਾਰਾ ਗਣਨਾ ਕਰਨ ਦੀ ਜ਼ਰੂਰਤ ਨਹੀਂ ਹੈ। ਕੋਈ ਜਾਂਚ ਕਰ ਸਕਦਾ ਹੈ ਕਿ ਕੋਈ ਇਸ ਦੀ ਤਸਦੀਕ ਕਰ ਸਕਦਾ ਹੈ, ਇਸ ਲਈ ਇਸੇ ਨੂੰ ਪਹਿਲਾਂ y ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ ਦੀ ਗਣਨਾ ਕਰਨੀ ਪਵੇਗੀ ਅਤੇ ਫਿਰ x ਦੇ ਸੰਬੰਧ ਵਿੱਚ। ਫਿਰ ਤੁਸੀਂ ਵੇਖੋਗੇ ਕਿ ਸਾਨੂੰ ਬਿਲਕੁਲ ਉਹੀ ਸਮੀਕਰਨ ਮਿਲੇਗੀ। ਇਸ ਲਈ ਹੁਣ ਇਸ ਦੀ ਕੰਟੀਨਿਊਟੀ ਦੀ ਜਾਂਚ ਕਰਨ ਲਈ ਸਾਨੂੰ ਇਸ f(y)x ਦੀ ਇਸ ਲਿਮਿਟ ਨੂੰ ਲੈਣਾ ਚਾਹੀਦਾ ਹੈ। ਹੁਣ ਜੇ ਅਸੀਂ ਇਸ x ਨੂੰ my ਸਕੁਏਅਰ ਦੇ ਬਰਾਬਰ ਲੈਂਦੇ ਹਾਂ, ਇਹ ਵਿਸ਼ੇਸ਼ ਮਾਰਗ ਹੈ, ਤਾਂ ਕੀ ਹੋਵੇਗਾ? ਮੈਨੂੰ ਪਹਿਲਾਂ ਇਸ ਨੂੰ ਦੱਸਣ ਦਿਓ। ਤਾਂ ਹੁਣ ਕੀ ਹੋਵੇਗਾ
ਕਿਉਂਕਿ x my ਸਕੁਏਅਰ ਦੇ ਇਕੁਅਲ ਹੈ, ਇਸ ਲਈ ਜੇ ਅਸੀਂ ਇੱਥੇ my ਸਕੁਏਅਰ ਦੇ ਇਕੁਅਲ ਰੱਖਦੇ ਹਾਂ ਤਾਂ ਕੀ ਹੋਵੇਗਾ? ਇਸ ਲਈ ਸਾਡੇ ਕੋਲ y 6 + 5 f x my ਸਕੁਏਅਰ ਹਨ ਅਤੇ ਫਿਰ ਸਾਡੇ ਕੋਲ y 4 ਹੈ ਅਤੇ ਬਟਾ x ਫਿਰ my ਸਕੁਏਅਰ ਹੈ ਪਲੱਸ y ਸਕੁਏਅਰ ਅਤੇ ਪਾਵਰ 3 ਅਤੇ ਫਿਰ ਅਸੀਂ ਲਿਮਿਟ ਲੈ ਸਕਦੇ ਹਾਂ ਕਿਉਂਕਿ x origin ਦੇ ਨੇੜੇ ਪਹੁੰਚਣ ਲਈ 0 ਹੋ ਜਾਵੇਗਾ ਕਿਉਂਕਿ ਇਹ ਮਾਰਗ ਸਾਨੂੰ origin ਤੱਕ ਲੈ ਜਾਵੇਗਾ। ਅਤੇ ਹੁਣ ਜਦੋਂ x 0 ਹੋ ਜਾਵੇਗਾ ਤਾਂ ਇੱਥੇ ਕੀ ਹੋ ਰਿਹਾ ਹੈ? ਮਾਫ਼ ਕਰਨਾ, y 0 ਤੇ ਜਾਂਦਾ ਹੈ ਕਿਉਂਕਿ ਅਸੀਂ x ਨੂੰ ਬਦਲ ਦਿੱਤਾ ਹੈ। y 0 ਹੋ ਜਾਵੇਗਾ ਅਤੇ ਹੁਣ y 6 ਇਸ ਲਈ ਇੱਥੇ y 6 ਅਤੇ y ਸਕੁਏਅਰ ਪਾਵਰ 3 ਇਸ ਲਈ ਇਸ m ਤੋਂ ਇਲਾਵਾ ਸਭ ਕੁਝ ਕੈਂਸਲ ਹੋ ਜਾਵੇਗਾ ਅਤੇ ਅਸੀਂ ਨਿਊਮਰੇਟਰ ਵਿੱਚ 1 + 5m ਅਤੇ ਬਟਾ m ਪਲੱਸ 1 ਕਿਊਬ ਪ੍ਰਾਪਤ ਕਰਾਂਗੇ, ਇਸ ਲਈ ਇਹ ਸੰਖਿਆ। ਇਸ ਲਈ ਹੁਣ ਇਸ ਮਾਰਗ ਦੇ ਨਾਲ ਇਹ ਲਿਮਿਟ ਹੈ ਜੋ ਕਿ m ਤੇ ਨਿਰਭਰ ਹੈ, ਇਸ ਲਈ ਇਹ ਮਾਰਗ ਤੇ ਨਿਰਭਰ ਹੈ, ਇਸ ਦਾ ਮਤਲਬ ਹੈ ਕਿ ਇਹ ਲਿਮਿਟ ਮੌਜੂਦ ਨਹੀਂ ਹੈ ਅਤੇ ਹੁਣ ਅਸੀਂ ਸਿਰਫ ਇਹ ਕਹਿ ਸਕਦੇ ਹਾਂ ਕਿ ਫੰਕਸ਼ਨ ਕੰਟੀਨਿਊਅਸ ਨਹੀਂ ਹੈ ਕਿਉਂਕਿ ਕੰਟੀਨਿਊਟੀ ਲਈ ਇਹ ਲਿਮਿਟ ਮੌਜੂਦ ਹੋਣੀ ਚਾਹੀਦੀ ਹੈ ਅਤੇ 0 ਪੁਆਇੰਟ ਤੇ ਡੈਰੀਵੇਟਿਵ ਦੇ ਕੋਲ ਪਹੁੰਚਣਾ ਚਾਹੀਦਾ ਹੈ। ਇਸ ਲਈ ਇਸ ਮਾਮਲੇ ਵਿੱਚ ਪਾਰਸ਼ਲ ਡੈਰੀਵੇਟਿਵਜ਼ xy ਜਾਂ fyx ਉਹ ਕੰਟੀਨਿਊਅਸ ਨਹੀਂ ਹਨ ਜੋ ਸਪਸ਼ਟ ਸਨ ਕਿਉਂਕਿ ਉਹ ਮੁੱਲ ਉਵੇਂ ਨਹੀਂ ਸਨ ਜਿਵੇਂ ਕਿ ਅਸੀਂ ਦੇਖਿਆ ਹੈ ਅਤੇ ਅਸੀਂ ਨਤੀਜਾ ਜਾਣਦੇ ਹਾਂ ਜੋ ਕਿ ਜੇ ਇਹ ਦੋ ਡੈਰੀਵੇਟਿਵਜ਼ ਕੰਟੀਨਿਊਅਸ ਹਨ ਤਾਂ ਵੈਲਿਊ ਵੀ ਇਕੁਅਲ ਹੋਣੀ ਚਾਹੀਦੀ ਹੈ, ਇਸ ਲਈ 0 ਦੇ ਇਕੁਅਲ ਨਹੀਂ ਸੀ, ਇਸ ਲਈ ਕੁਦਰਤੀ ਤੌਰ ਤੇ ਇਹ ਫੰਕਸ਼ਨ ਕੰਟੀਨਿਊਅਸ ਨਹੀਂ ਹਨ ਜੋ ਇੱਥੋਂ ਦੁਬਾਰਾ ਸਪਸ਼ਟ ਹੁੰਦਾ ਹੈ। ਅਸੀਂ ਇਸ fyx ਨੂੰ ਲਿਆ ਹੈ ਅਤੇ ਫਿਰ ਇਸ ਮਾਰਗ ਦੇ ਨਾਲ ਅਸੀਂ ਵੇਖਿਆ ਹੈ ਕਿ ਲਿਮਿਟ ਮਾਰਗ ਤੇ ਨਿਰਭਰ ਕਰਦੀ ਹੈ ਅਤੇ ਇਸ ਲਈ ਲਿਮਿਟ ਮੌਜੂਦ ਨਹੀਂ ਹੈ ਅਤੇ ਫੰਕਸ਼ਨ ਕੰਟੀਨਿਊਅਸ ਨਹੀਂ ਹੈ। ਇਸ ਲਈ ਲਿਮਿਟ ਮਾਰਗ ਤੇ ਨਿਰਭਰ ਕਰਦੀ ਹੈ ਅਤੇ ਇਸ ਲਈ ਇਹ ਦੋਵੇਂ 0 ਤੇ ਕੰਟੀਨਿਊਅਸ ਨਹੀਂ ਹਨ। ਇਸ ਲਈ ਹੁਣ ਅਗਲੀ ਉਦਾਹਰਨ ਤੇ ਇਹ ਸੈਕਿੰਡ ਆਰਡਰ ਪਾਰਸ਼ਲ ਡੈਰੀਵੇਟਿਵ ਦੀ ਹੋਂਦ ਨੂੰ ਦਰਸਾਉਂਦੀ ਹੈ ਹਾਲਾਂਕਿ ਫੰਕਸ਼ਨ ਕੰਟੀਨਿਊਅਸ ਨਹੀਂ ਹੈ। ਅਸੀਂ ਅਜਿਹੇ ਨਤੀਜੇ ਦੇਖੇ ਹਨ ਪਹਿਲਾਂ ਵਾਲੇ ਫਸਟ ਆਰਡਰ ਦੇ ਪਾਰਸ਼ਲ ਡੈਰੀਵੇਟਿਵਜ਼ ਲਈ ਕਿ ਫੰਕਸ਼ਨ ਕੰਟੀਨਿਊਅਸ ਨਹੀਂ ਹੈ, ਪਾਰਸ਼ਲ ਡੈਰੀਵੇਟਿਵਜ਼ ਮੌਜੂਦ ਹਨ ਅਤੇ ਫੰਕਸ਼ਨ ਕੰਟੀਨਿਊਅਸ ਹੈ, ਪਾਰਸ਼ਲ ਮੌਜੂਦ ਨਹੀਂ ਹੈ। ਇਸ ਲਈ ਇੱਥੇ ਸਾਡੇ ਕੋਲ ਉਦਾਹਰਨ ਵਜੋਂ ਇਹ ਨਤੀਜਾ ਹੈ ਕਿ ਸੈਕਿੰਡ ਆਰਡਰ ਪਾਰਸ਼ਲ ਡੈਰੀਵੇਟਿਵ ਮੌਜੂਦ ਹੈ ਪਰ ਫੰਕਸ਼ਨ ਕੰਟੀਨਿਊਅਸ ਨਹੀਂ ਹੈ। ਸੋ ਕਿਵੇਂ? ਜੇ ਤੁਸੀਂ ਇਸ ਮਾਰਗ ਨੂੰ ਲੈਂਦੇ ਹੋ ਤਾਂ yx cos x ਇਸ ਵਿਸ਼ੇਸ਼ ਮਾਰਗ ਦੇ ਇਕੁਅਲ ਹੈ ਅਤੇ ਕੰਟੀਨਿਊਟੀ ਦੀ ਲਿਮਿਟ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ। ਇੱਥੇ ਕੀ ਹੋਵੇਗਾ? ਤਾਂ ਇੱਥੇ x ਕਿਊਬ ਅਤੇ ਫਿਰ y ਕਿਊਬ x ਕਿਊਬ cos cos x ਹੋਵੇਗਾ ਅਤੇ ਦੁਬਾਰਾ ਨੋਟ ਕਰੋ ਕਿ ਇਹ ਸਾਨੂੰ origin ਵੱਲ ਲੈ ਜਾਏਗਾ, x 0 ਹੋ ਜਾਵੇਗਾ, ਇਹ y 0 ਤੇ ਜਾਂਦਾ ਹੈ, ਇਸ ਲਈ ਇਹ ਮਾਰਗ ਸਹੀ ਹੈ, ਸਾਨੂੰ origin ਵੱਲ ਲੈ ਜਾ ਰਿਹਾ ਹੈ ਅਤੇ ਅਸੀਂ ਜਾਂਚ ਕਰ ਰਹੇ ਹਾਂ। ਇੱਥੇ ਲਿਮਿਟ ਜਿਵੇਂ ਕਿ x y ਇਸ ਵਿਸ਼ੇਸ਼ ਮਾਰਗ ਦੇ ਨਾਲ 0 ਤੇ ਜਾਂਦੀ ਹੈ, yx cos x ਦੇ ਬਰਾਬਰ ਹੈ। ਇਸ ਲਈ ਇਸ x cos x ਨੂੰ ਬਦਲਣ ਲਈ ਸਾਡੇ ਕੋਲ x ਮਾਈਨਸ ਹੈ ਅਤੇ y ਸਬਸਟੀਟਿਊਟ ਹੈ ਅਤੇ ਕਿਉਂਕਿ x cos x ਵਿੱਚ ਅਤੇ ਇਸ ਮਾਮਲੇ ਵਿੱਚ ਹੁਣ ਇਹ ਲਿਮਿਟ ਇੱਥੇ ਕੀ ਹੈ? ਇਸ ਲਈ ਇਹ x ਕੈਂਸਲ ਹੋ ਜਾਵੇਗਾ, ਸਾਡੇ ਕੋਲ ਉੱਥੇ x ਸਕੁਏਅਰ ਅਤੇ ਪਲੱਸ x ਸਕੁਏਅਰ ਹੈ ਅਤੇ ਸਾਡੇ ਕੋਲ cos ਕਿਊਬ x ਹੋਵੇਗਾ ਅਤੇ ਇੱਥੇ 1 ਮਾਈਨਸ ਅਤੇ cos x ਨਾਲ ਭਾਗ ਕੀਤਾ ਜਾਵੇਗਾ ਅਤੇ ਫਿਰ ਅਸੀਂ ਲਿਮਿਟ ਨੂੰ x 0 ਤੇ ਲੈ ਲਵਾਂਗੇ। ਇਸ ਲਈ ਇਸ ਮਾਮਲੇ ਵਿੱਚ 0/0 ਰੂਪਾਂ ਲਈ ਸਾਨੂੰ ਰੂਲ ਦੀ ਵਰਤੋਂ ਕਰਨੀ ਪਏਗੀ, ਇਸ ਲਈ ਇਹ ਹੁਣ ਇੱਥੇ ਲਿਮਿਟ ਹੋਵੇਗੀ, ਇਸ ਲਈ 2x ਦੁਬਾਰਾ ਪਲੱਸ x ਦੇ ਨਾਲ cos ਕਿਊਬ x ਪਲੱਸ x ਸਕੁਏਅਰ ਅਤੇ ਫਿਰ ਇਹ 3 cos ਸਕੁਏਅਰ x ਬਣ ਜਾਣਗੇ ਅਤੇ ਫਿਰ ਮਾਈਨਸ sin x ਦੇ ਨਾਲ ਅਤੇ ਇੱਥੇ ਇਸ sin x ਨਾਲ ਭਾਗ ਹੋ ਜਾਵੇਗਾ, ਇਸ ਮਾਈਨਸ cos x ਦਾ ਡੈਰੀਵੇਟਿਵ sin x ਹੋਵੇਗਾ ਪਰ ਦੁਬਾਰਾ ਅਸੀਂ ਵੇਖਦੇ ਹਾਂ ਕਿ ਇਹ 0 ਦੁਆਰਾ 0 ਰੂਪ ਹੈ, ਇਸ ਲਈ ਸਾਨੂੰ ਲੈਣਾ ਪਵੇਗਾ, ਸਾਨੂੰ ਦੁਬਾਰਾ ਨਿਯਮ ਲਾਗੂ ਕਰਨਾ ਪਏਗਾ। ਇਸ ਲਈ ਇੱਥੇ ਸਾਡੇ ਕੋਲ x ਤੋਂ ਬਿਨਾਂ 2 ਹੈ ਅਤੇ ਇਸ ਮਾਮਲੇ ਵਿੱਚ ਵੀ ਸਾਨੂੰ x ਤੋਂ ਬਿਨਾਂ ਕਰਨਾ ਪਏਗਾ ਜਦੋਂ ਅਸੀਂ ਇੱਥੇ ਇਹ ਡੈਰੀਵੇਟਿਵ ਕਰਦੇ ਹਾਂ ਗੁਣਾ ਰੂਲ ਕਿਊਬ x ਅਤੇ ਬਾਕੀ ਦੇ ਵਿੱਚ ਮੈਂ ਵੇਖਦਾ ਹਾਂ ਕਿ x ਦਿਖਦਾ ਹੈ, ਇਸ ਲਈ x ਨਾਲ ਟਰਮਜ਼ ਦੇ ਨਾਲ ਅਤੇ ਫਿਰ ਸਾਡੇ ਕੋਲ ਇੱਥੇ cos ਹੈ। ਇਸ ਲਈ ਹੁਣ ਇਸ ਮਾਮਲੇ ਵਿੱਚ ਜੇ ਅਸੀਂ ਲਿਮਿਟ ਲੈਂਦੇ ਹਾਂ ਇਹ ਇੱਕ
ਹੈ ਅਤੇ ਇੱਥੇ 2 + 2 ਤਾਂ 4 ਬਣ ਜਾਣਗੇ, ਇਸ ਲਈ ਇਹ ਲਿਮਿਟ 4 ਹੈ ਅਤੇ ਹੁਣ ਅਸੀਂ ਲਿਆ ਹੈ। ਅਸੀਂ ਵੇਖਿਆ ਹੈ ਕਿ ਇਹ ਲਿਮਿਟ ਜਿਵੇਂ ਕਿ x y 0 ਤੇ ਜਾਂਦੀ ਜੋ 4 ਹੈ ਨਹੀਂ 0 ਹੁੰਦੀ ਹੈ, ਇਸ ਲਈ ਇੱਥੇ ਫੰਕਸ਼ਨ ਵੈਲਿਊ 0 ਹੈ, ਪਰ ਇਸ ਖਾਸ ਮਾਰਗ ਦੇ ਨਾਲ ਅਸੀਂ ਵੇਖਿਆ ਹੈ ਕਿ ਮੁੱਲ 4 ਹੈ, ਇਸ ਲਈ ਨਿਸ਼ਚਿਤ ਤੌਰ ਤੇ ਇਹ ਫੰਕਸ਼ਨ ਕੰਟੀਨਿਊਅਸ ਨਹੀਂ ਹੈ। ਇਹ ਕੋਈ ਹੋਰ ਮਾਰਗ ਵੀ ਲੈ ਸਕਦਾ ਹੈ ਅਤੇ ਦਿਖਾ ਸਕਦਾ ਹੈ ਕਿ ਲਿਮਿਟ ਅਲੱਗ ਹੈ। ਉਦਾਹਰਨ ਦੇ ਲਈ, ਜੇ ਅਸੀਂ y ਨੂੰ 2x ਦੇ ਇਕੁਅਲ ਲੈਂਦੇ ਹਾਂ, ਜੇ ਅਸੀਂ ਇਹ ਲੈਂਦੇ ਹਾਂ ਮਾਰਗ ਇੱਥੇ ਅਤੇ ਫਿਰ ਦੁਬਾਰਾ ਅਸੀਂ ਵੇਖਾਂਗੇ ਕਿ ਲਿਮਿਟ ਵੱਖਰੀ ਹੈ, ਇਸ ਲਈ ਜੇ x 0 ਤੇ ਜਾਂਦਾ ਹੈ ਅਤੇ ਅਸੀਂ ਇਸ x³ ਨੂੰ ਇਸ ਮਾਰਗ ਦੇ ਨਾਲ ਲਿਆ ਹੈ, ਇਸ ਲਈ y 2x ਹੈ ਤਾਂ 8x³ ਹੈ ਅਤੇ ਫਿਰ ਸਾਡੇ ਕੋਲ -x ਅਤੇ -2x, ਇਸ ਲਈ -x ਅਤੇ ਇਹ 0 ਹੋ ਜਾਵੇਗਾ, ਇਸ ਲਈ ਸਾਡੇ ਕੋਲ ਦੋ ਵੱਖਰੇ ਮਾਰਗ ਹਨ। ਇੱਕ ਹੈ y x cos x ਦੇ ਇਕੁਅਲ ਹੈ, ਦੂਸਰਾ ਹੈ y 2x ਦੇ ਇਕੁਅਲ ਹੈ। ਇੱਥੇ ਲਿਮਿਟ 0 ਹੈ, ਉੱਥੇ ਲਿਮਿਟ 4 ਸੀ, ਇਸ ਲਈ ਇਹ ਨਤੀਜਾ ਨਿਕਲਦਾ ਹੈ ਕਿ ਲਿਮਿਟ ਮੌਜੂਦ ਨਹੀਂ ਹੈ ਅਤੇ ਕਿਸੇ ਵੀ ਸਥਿਤੀ ਵਿੱਚ ਇੱਥੇ ਫੰਕਸ਼ਨ ਦੀ ਵੈਲਿਊ 4 ਹੈ ਅਤੇ ਅਸੀਂ ਪਹਿਲਾਂ ਹੀ ਇਸ ਮਾਰਗ ਦੇ ਨਾਲ ਵੇਖ ਚੁੱਕੇ ਹਾਂ ਮੁੱਲ 4 ਹੈ, ਇਸ ਲਈ ਅਸੀਂ ਖੁਦ ਇਹ ਨਤੀਜਾ ਕੱਢ ਸਕਦੇ ਹਾਂ ਕਿ ਇਹ ਫੰਕਸ਼ਨ ਕੰਟੀਨਿਊਅਸ ਨਹੀਂ ਹੈ, ਇਸ ਲਈ ਇਸ ਮਾਮਲੇ ਵਿੱਚ ਫੰਕਸ਼ਨ ਕੰਟੀਨਿਊਅਸ ਨਹੀਂ ਹੈ। ਪਰ ਅਸੀਂ ਕੀ ਕਰ ਸਕਦੇ ਹਾਂ, ਅਸੀਂ 0 ਤੇ f(x) ਦਾ ਮੁਲਾਂਕਣ ਕਰ ਸਕਦੇ ਹਾਂ। ਪਰਿਭਾਸ਼ਾ ਦੇ ਅਨੁਸਾਰ f(x) 0 ਤੇ ਕਿਵੇਂ ਹੈ, f ਡੈਲਟਾ x 0 ਅਤੇ -f(x) 0 ਵਟਾ ਡੈਲਟਾ x ਆਮ ਪਰਿਭਾਸ਼ਾ ਹੈ ਜੋ ਅਸੀਂ ਕਈ ਵਾਰ ਵਰਤੀ ਹੈ ਅਤੇ ਫਿਰ ਸਾਨੂੰ ਦੁਬਾਰਾ ਵਰਤਣਾ ਪਏਗਾ। ਵੇਖੋ ਕਿ ਇਹ ਫੰਕਸ਼ਨ ਕੀ ਹੈ f(x) ਡੈਲਟਾ x, ਇਸ ਲਈ ਸਾਨੂੰ ਇਹ ਵੇਖਣਾ ਪਏਗਾ ਕਿ f(x) ਅਤੇ ਡੈਲਟਾ x 0 ਕੀ ਹੈ, ਇਸ ਲਈ ਇਹ ਲਿਮਿਟ ਡੈਲਟਾ x 0 ਹੋ ਜਾਵੇਗੀ। ਇੱਥੇ ਡੈਰੀਵੇਟਿਵਜ਼ ਅਤੇ f ਕਰਕੇ ਇਸ ਦਾ ਉਪਯੋਗ ਕਰਨਾ ਬਿਹਤਰ ਹੈ ਕਿਉਂਕਿ ਡੈਲਟਾ x ਪਹਿਲਾਂ ਹੀ ਮੌਜੂਦ ਹੈ। ਆਓ ਅਸੀਂ ਇਸ f(x) ਦੀ ਆਮ ਪੁਆਇੰਟ x 0 ਤੇ ਗਣਨਾ ਕਰੀਏ, ਇਸ ਲਈ ਇਸ ਦੀ ਬਜਾਏ ਅਸੀਂ ਹੁਣ ਇੱਥੇ ਚੋਣ ਕਰਾਂਗੇ ਡੈਲਟਾ x 0 ਦੀ ਬਜਾਏ f(x) x 0, ਬਾਅਦ ਵਿੱਚ ਅਸੀਂ ਇਸ ਪੁਆਇੰਟ ਨੂੰ ਡੈਲਟਾ x 0 ਨਾਲ ਸਬਸਟੀਟਿਊਟ ਕਰ ਦੇਵਾਂਗੇ। ਇਸ ਲਈ ਕਿਸੇ ਵੀ ਆਮ ਪੁਆਇੰਟ x 0 ਤੇ ਅਸੀਂ ਡੈਰੀਵੇਟਿਵ ਦੀ ਗਣਨਾ ਕਰ ਰਹੇ ਹਾਂ, ਇਸ ਲਈ ਲਿਮਿਟ ਡੈਲਟਾ x ਟੂ 0 ਅਤੇ f, ਇਸ ਲਈ x ਪਲਸ ਡੈਲਟਾ x ਕਿਉਂਕਿ ਪਹਿਲੇ ਆਰਗੂਮੈਂਟ ਵਿੱਚ ਵਾਧਾ ਕਰਨਾ ਪੈਂਦਾ ਹੈ, ਫਿਰ 0 ਅਤੇ -f(x 0) ਮੁਆਫ ਕਰਨਾ ਅਤੇ ਫਿਰ ਸਾਡੇ ਕੋਲ ਡੈਲਟਾ x ਹੈ। ਇਸ ਲਈ ਇਸ ਸਥਿਤੀ ਵਿੱਚ ਇਹ ਲਿਮਿਟ ਡੈਲਟਾ x ਟੂ 0 ਹੋ ਜਾਵੇਗੀ ਕਿਉਂਕਿ ਦੂਜਾ ਆਰਗੂਮੈਂਟ 0 ਹੈ, ਇਸ ਲਈ ਇੱਥੇ ਕੋਈ ਵੀ y ਟਰਮ ਨਹੀਂ ਹੈ, ਸਾਡੇ ਕੋਲ x² ਹੋਵੇਗਾ। ਸਿਰਫ ਇਸ ਦਾ ਅਰਥ ਹੈ ਕਿ x ਪਲਸ ਡੈਲਟਾ x ਹੋਲ ਸਕੁਏਅਰ ਅਤੇ ਮਾਈਨਸ ਜਦੋਂ ਇਹ x ਹੈ, ਇਸ ਲਈ x² ਮਿਲੇਗਾ ਅਤੇ ਡੈਲਟਾ x ਨਾਲ ਭਾਗ ਹੋ ਜਾਵੇਗਾ, ਇਸ ਲਈ ਇਹ x² ਬਣ ਜਾਵੇਗਾ ਜੋ ਕੈਂਸਲ ਹੋ ਜਾਵੇਗਾ। ਇਸ ਲਈ x ਡੈਲਟਾ ਦਾ 2 ਗੁਣਾ x ਡੈਲਟਾ x² ਨੂੰ ਡੈਲਟਾ x ਨਾਲ ਭਾਗ ਕੀਤਾ ਗਿਆ ਅਤੇ ਇਹ ਲਿਮਿਟ ਡੈਲਟਾ x 0 ਹੋ ਜਾਂਦੀ ਹੈ। ਇਸ ਲਈ ਇਸ ਸਥਿਤੀ ਵਿੱਚ ਸਾਨੂੰ ਇਹ ਨਤੀਜਾ x ਦਾ 2 ਗੁਣਾ ਮਿਲੇਗਾ, ਇਸ ਲਈ ਇਹ x ਦਾ 2 ਗੁਣਾ ਅਤੇ f(x) 0 ਹੈ। ਇਹ ਗਣਨਾ ਕਰਨਾ ਬਹੁਤ ਸੌਖਾ ਹੈ ਕਿ ਇਹ 0 ਆਵੇਗਾ, ਇਸ ਲਈ ਇਸ ਸਥਿਤੀ ਵਿੱਚ ਸਾਡੇ ਕੋਲ ਇਹ ਦੋ ਵਾਰ ਹਨ। ਹੁਣ ਨਤੀਜਾ x ਪੁਆਇੰਟ ਤੇ f(x) ਸੀ 0 2 ਗੁਣਾ x ਹੈ, ਇਸ ਲਈ ਇੱਥੇ ਡੈਲਟਾ x 2 ਵਾਰ ਡੈਲਟਾ x ਮਾਈਨਸ f(x) 0 ਹੈ ਅਤੇ ਡੈਲਟਾ x ਬਟਾ 0 ਹੈ ਅਤੇ ਫਿਰ ਇਹ ਵੈਲਿਊ 2 ਹੈ। ਇਸ ਲਈ ਜੋ ਅਸੀਂ ਇਸ ਫੰਕਸ਼ਨ ਦੇ x ਦੇ ਸੰਬੰਧ ਵਿੱਚ ਸੈਕਿੰਡ ਆਰਡਰ ਡੈਰੀਵੇਟਿਵ ਵੇਖਿਆ ਹੈ ਉਹ 2 ਹੈ। ਹੁਣ ਅਸੀਂ y ਦੇ ਸੰਬੰਧ ਵਿੱਚ ਡੈਰੀਵੇਟਿਵ ਦੀ ਗਣਨਾ ਵੀ ਕਰ ਸਕਦੇ ਹਾਂ, ਜਿਵੇਂ ਕਿ ਅਸੀਂ ਪਹਿਲਾਂ ਕੀਤਾ ਸੀ। ਹੁਣ ਸਾਨੂੰ ਇਸ fy0 ਡੈਲਟਾ y ਦੀ ਗਣਨਾ ਕਰਨੀ ਪਵੇਗੀ, ਇਸ ਲਈ ਪਹਿਲਾਂ ਦੀ ਤਰ੍ਹਾਂ ਸਾਨੂੰ -2y ਮਿਲੇਗਾ ਕਿਉਂਕਿ ਇੱਥੇ ਇਸ ਸਾਈਨ ਦੇ ਕਾਰਨ ਇੱਕ ਮਾਈਨਸ ਦਿਖਾਈ ਦੇਵੇਗਾ। ਇਸ ਮਾਮਲੇ ਵਿੱਚ -2y ਪ੍ਰਾਪਤ ਹੋਵੇਗਾ ਅਤੇ 0 ਵੀ 0 ਹੋਵੇਗਾ, ਇਸ ਲਈ ਹੁਣ ਇਹ fy ਸੋ y ਦੇ ਸੰਬੰਧ ਵਿੱਚ ਸੈਕਿੰਡ ਆਰਡਰ ਡੈਰੀਵੇਟਿਵ -2 ਡੈਲਟਾ y ਬਟਾ ਡੈਲਟਾ y ਹੋਵੇਗਾ ਅਤੇ ਇਹ ਕੈਂਸਲ ਹੋ ਜਾਵੇਗਾ ਅਤੇ ਸਾਨੂੰ ਇਸ fy ਦਾ ਜਵਾਬ 0 ਤੇ -2 ਪ੍ਰਾਪਤ ਹੋਵੇਗਾ। ਇਸ ਵਿਸ਼ੇਸ਼ ਮਾਮਲੇ ਵਿੱਚ ਅਸੀਂ ਵੇਖਿਆ ਹੈ ਕਿ ਫੰਕਸ਼ਨ ਕੰਟੀਨਿਊਅਸ ਨਹੀਂ ਸੀ, ਪਰ ਸਾਡੇ ਕੋਲ ਸੈਕਿੰਡ ਆਰਡਰ ਡੈਰੀਵੇਟਿਵਜ਼ ਹੈ, ਨਾ ਕਿ ਸਿਰਫ ਫਸਟ ਆਰਡਰ। ਸਾਡੇ ਕੋਲ ਸੈਕਿੰਡ ਆਰਡਰ ਡੈਰੀਵੇਟਿਵਜ਼ ਦੀ ਹੋਂਦ ਹੈ। ਤਾਂ ਅੱਜ ਦੇ ਲੈਕਚਰ ਦਾ ਨਤੀਜਾ ਕੀ
ਹੈ ਅਸੀਂ ਹੁਣ ਹਾਇਰ ਆਰਡਰ ਦੇ ਪਾਰਸ਼ਲ ਆਰਡਰ ਡੈਰੀਵੇਟਿਵ ਸਿੱਖ ਚੁੱਕੇ ਹਾਂ। ਅਤੇ ਅਸੀਂ ਇਹ ਵੀ ਵੇਖਿਆ ਹੈ ਕਿ ਪਾਰਸ਼ਲ ਡੈਰੀਵੇਟਿਵ ਦੀ ਕੰਟੀਨਿਊਟੀ ਇਹ ਸੁਨਿਸ਼ਚਿਤ ਕਰਨ ਲਈ ਕਾਫੀ ਹੈ ਕਿ ਇਹ ਦੋਵੇਂ ਮਿਸ਼ਰਤ ਆਰਡਰ ਪਾਰਸ਼ਲ ਡੈਰੀਵੇਟਿਵਜ਼ ਇਕੁਅਲ ਹਨ, ਜਾਂ ਉਹ ਇਕੁਅਲ ਨਹੀਂ ਹਨ ਤਾਂ ਇਸ ਦਾ ਅਰਥ ਹੈ ਕਿ ਇਹ ਪਾਰਸ਼ਲ ਮਿਕਸਡ ਪਾਰਸ਼ਲ ਆਰਡਰ ਡੈਰੀਵੇਟਿਵਜ਼ ਉਸ ਸਥਿਤੀ ਵਿੱਚ ਕੰਟੀਨਿਊਅਸ ਨਹੀਂ ਹਨ। ਇਸ ਲਈ ਇਹ ਉਹ ਰੈਫਰੈਂਸ ਹਨ ਜੋ ਇਸ ਭਾਸ਼ਣ ਨੂੰ ਤਿਆਰ ਕਰਨ ਲਈ ਵਰਤੇ ਗਏ ਹਨ ਅਤੇ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ।